ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਆਪਾਂ 10ਵੇਂ ਪਾਤਸ਼ਾਹ ਦੇ ਜੀਵਨ ਦੀਆਂ ਖਾਸ ਘਟਨਾਵਾਂ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ, ਉਹਦਾ ਵਰਣਨ ਕਰਨਾ। 1666 ਈਸਵੀ ਹੈ। 9ਵੇਂ ਪਾਤਸ਼ਾਹ ਪਰਿਵਾਰ ਸਮੇਤ ਪੂਰਬੀ ਭਾਰਤ ਦੀ ਯਾਤਰਾ 'ਤੇ ਨਿਕਲੇ ਨੇ, ਤਾਂ ਜੋ ਲੋਕਾਂ ਨੂੰ ਸਿੱਖ ਧਰਮ ਦੀ ਸਿੱਖਿਆ ਦਿੱਤੀ ਜਾ ਸਕੇ, ਲੋਕਾਂ ਨੂੰ ਜੀਵਨ ਜਾਚ ਦੱਸੀ ਜਾ ਸਕੇ, ਲੋਕਾਂ ਨੂੰ ਸਿੱਧੇ ਰਾਹ 'ਤੇ ਪਾਇਆ ਜਾ ਸਕੇ, ਜਾਤ ਪਾਤ ਤੋਂ ਉੱਪਰ ਉੱਠ ਕੇ ਵਿਚਰਨ ਦੀ ਜਾਚ ਦੱਸੀ ਜਾਵੇ। ਇਸ ਲਈ 9ਵੇਂ ਪਾਤਸ਼ਾਹ ਸੰਗਤ ਸਮੇਤ, ਰਿਸ਼ਤੇਦਾਰਾਂ ਸਮੇਤ ਚਲਦੇ ਚਲਦੇ ਪਟਨਾ ਸਾਹਿਬ ਪਹੁੰਚ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪੂਰਬ ਦੀ ਯਾਤਰਾ 'ਚ ਨਿਕਲੇ ਸਨ, ਤਾਂ ਉਹ ਵੀ ਪਟਨਾ ਸਾਹਿਬ ਆਏ। ਬਿਹਾਰ ਦੀ ਰਾਜਧਾਨੀ ਪਟਨਾ, ਉਹਦਾ ਪੁਰਾਤਨ ਨਾਮ ਹੈ ਪਾਟਲੀ ਪੁੱਤਰ। ਇੱਕ ਪੁਰਾਣਾ ਪਟਨਾ ਹੈ, ਅੱਜ ਕੱਲ੍ਹ ਇੱਕ ਨਵਾਂ ਪਟਨਾ ਹੈ। ਜਿਹੜਾ ਪੁਰਾਣਾ ਪਟਨਾ ਸੀ, ਗੁਰੂ ਨਾਨਕ ਦੇਵ ਜੀ ਦੇ ਵੇਲੇ ਉੱਥੋਂ ਦਾ ਬੜਾ ਪ੍ਰਸਿੱਧ ਜੌਹਰੀ ਸੀ ਸਾਲਸਰਾਏ। ਗੁਰੂ ਮਹਾਰਾਜ ਨਾਲ ਉਹਦਾ ਮੇਲ ਹੋਇਆ। ਉਹ ਗੁਰੂ ਮਹਾਰਾਜ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਮੇਰੇ ਘਰ ਚਰਨ ਪਾਓ, ਕਿਉਂਕਿ ਪਟਨੇ ਦਾ ਸਭ ਤੋਂ ਅਮੀਰ ਆਦਮੀ ਸੀ ਉਹ, ਇਸ ਲਈ ਉਹਦਾ ਘਰ ਵੀ ਬਹੁਤ ਵੱਡਾ ਸੀ। ਪੁਰਾਣੇ ਜ਼ਮਾਨੇ ਵੱਡੇ ਸਾਰੇ ਕਰਨਾ ਹਵੇਲੀ ਕਿਹਾ ਕਰਦੇ ਸਨ। ਹਵੇਲੀ ਸੀ ਉਹਦੀ ਬਹੁਤ ਵੱਡੀ। ਉਹ ਗੁਰੂ ਨਾਨਕ ਦੇਵ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਪਣਾ ਅੱਧਾ ਘਰ ਨੂੰ ਧਰਮਸ਼ਾਲਾ ਬਣਾਤਾ, ਤਾਂ ਜੋ ਉੱਥੇ ਬੈਠ ਕੇ ਸਤਸੰਗਤ ਕੀਤੀ ਜਾਵੇ, ਨਾਮ ਜਪਿਆ ਜਾਵੇ। ਆਏ ਗਏ ਦਾ ਰਹਿਣ ਦਾ ਪ੍ਰਬੰਧ ਕਰਤਾ। ਉਹ ਸਾਲਸਰਾਏ ਜੌਹਰੀ ਦੇ ਜੇ ਧਰਮਸ਼ਾਲਾ ਬਣਾਈ ਹੋਈ ਸੀ, ਉੱਥੇ 9ਵੇਂ ਪਾਤਸ਼ਾਹ 1666 ਈਸਵੀ ਨੂੰ ਪਰਿਵਾਰ ਸਮੇਤ ਉੱਥੇ ਆ ਕੇ ਠਹਿਰੇ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮਹਿਲ ਜਿਹੜੇ ਸਨ, ਉਹ ਮਾਤਾ ਗੁਜਰੀ ਜੀ ਸਨ, ਜਿਹੜੇ ਕਿ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕ ਕੇ ਗੁਜਰ ਕੌਰ ਹੋ ਗਏ। 1699 ਤੋਂ ਪਹਿਲਾਂ ਉਹਨਾਂ ਦਾ ਨਾਮ ਗੁਜਰੀ ਹੀ ਸੱਦਿਆ ਜਾਂਦਾ ਸੀ। ਸੋ ਗੁਰੂ ਮਹਾਰਾਜ ਦੇਖਿਆ ਵੀ ਉਹਨਾਂ ਦੇ ਮਹਿਲਾਂ ਦੇ ਘਰ ਬੱਚਾ ਹੋਣ ਵਾਲਾ ਹੈ, ਇਸ ਲਈ ਸਾਰੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਜੀ ਅਸਾਮ ਵੱਲ ਨੂੰ ਪ੍ਰਚਾਰ ਕਰਨ ਚਲੇ ਗਏ ਹਨ। ਮਗਰੋਂ 1666 ਈਸਵੀ ਦੇ ਵਿੱਚ ਦਸੰਬਰ ਦਾ ਮਹੀਨਾ ਸੀ, ਉਦੋਂ ਜਿਹੜਾ ਮਿਸਟਰ ਪੁਰੇਵਾਲ ਹੋਇਆ, ਉਹਨੇ ਬੜੀ ਮਿਹਨਤ ਕਰਕੇ ਉਸ ਸਾਰੇ ਗੁਰੂਆਂ ਦੇ ਕਦੋਂ ਉਹਨਾਂ ਦੇ ਪ੍ਰਕਾਸ਼ ਹੋਏ, ਕਦੋਂ ਜੋਤੀ ਜੋਤ ਸਮਾਏ, ਅੰਗਰੇਜ਼ੀ ਤਰੀਕਾਂ ਕੱਢੀਆਂ। ਉਹਨਾਂ ਨੇ ਕੱਢੀ 5 ਜਨਵਰੀ। ਸੋ ਪੁਰਾਤਨ ਰਵਾਇਤ ਅਨੁਸਾਰ ਜਿਹੜੇ ਦਿਹਾੜੇ ਹਿੰਦੁਸਤਾਨ 'ਚ ਮਨਾਏ ਜਾਂਦੇ ਸਨ, ਉਹ ਵਧੀ ਸੁਦੀ ਦੇ ਅਨੁਸਾਰ ਮਨਾਏ ਜਾਂਦੇ ਸਨ। ਇਸ ਲਈ ਉਦੋਂ ਦਸੰਬਰ ਦਾ ਮਹੀਨਾ ਸੀ।
ਉਂਝ ਤਾਂ ਜਨਵਰੀ ਹੋ ਗਈ ਸੀ, ਪਰ ਉਹ ਵਧੀ ਸੁਧੀ ਦੇ ਅਨੁਸਾਰ ਦਸੰਬਰ ਦਾ ਮਹੀਨਾ ਹੀ ਸੀ। 10ਵੇਂ ਪਾਤਸ਼ਾਹ ਦਾ ਫਿਰ ਪ੍ਰਕਾਸ਼ ਹੋਇਆ ਤੇ ਪਟਨਾ ਸਾਹਿਬ 'ਚ। 9ਵੇਂ ਪਾਤਸ਼ਾਹ ਨੂੰ ਅਸਾਮ ਸੁਨੇਹਾ ਭੇਜਿਆ ਕਿ ਤੁਹਾਡੇ ਘਰ ਸਪੁੱਤਰ ਹੋਇਆ ਹੈ। 9ਵੇਂ ਪਾਤਸ਼ਾਹ ਨੇ ਕਿਹਾ ਉਹਦਾ ਨਾਮ ਰੱਖਣਾ ਹੈ ਗੋਬਿੰਦ ਰਾਏ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਸੀ। ਜਦੋਂ ਕੁਝ ਕੁ ਸਾਲਾਂ ਦੇ ਹੋਏ, ਆਪਣੇ ਦੋਸਤਾਂ ਦੇ ਨਾਲ ਖੇਡਣ ਲੱਗੇ, ਕਿਉਂਕਿ ਬੱਚਿਆਂ ਨੇ ਤਾਂ ਖੇਡਣਾ ਵੀ ਹੁੰਦਾ ਹੈ, ਅਤੇ ਖੇਡਿਆ ਹਮ ਉਮਰ ਨਾਲ ਜਾਇਆ ਜਾਂਦਾ ਹੈ। ਅਤੇ ਤਾਂ ਹੀ ਕਹਿੰਦੇ ਹਾਣ ਨੂੰ ਹਾਣ ਪਿਆਰਾ। ਤੁਸੀਂ ਕਈ ਵਾਰੀ ਨੋਟ ਕੀਤਾ ਹੋਣਾ, ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਿਸੇ ਦੇ ਘਰ ਗਏ ਹੋ, ਜੇ ਤਾਂ ਅੱਗੇ ਉਹਨਾਂ ਦੇ ਬੱਚੇ ਵੀ ਹੈਗੇ ਉਸ ਉਮਰ ਦੇ, ਫਿਰ ਤਾਂ ਤੁਹਾਡੇ ਬੱਚੇ ਖੇਡਣ ਲੱਗ ਜਾਣਗੇ ਅਤੇ ਤੁਸੀਂ ਆਰਾਮ ਨਾਲ ਗੱਲਬਾਤ ਕਰ ਸਕੋਗੇ। ਪਰ ਜੇ ਉੱਥੇ ਖੇਡਣ ਵਾਲਾ ਕੋਈ ਨਹੀਂ ਤਾਂ ਤੁਹਾਡਾ ਬੱਚਾ ਕੁਝ ਕੁ ਸਮੇਂ ਬਾਅਦ ਤੁਹਾਡੀ ਕਮੀਜ਼ ਖਿੱਚੇਗਾ, ਘਰ ਚੱਲੋ ਘਰ ਚੱਲੋ, ਕਿਉਂ ਇਕੱਲੇ ਦਾ ਜੀਅ ਲੱਗਦਾ। ਸੋ ਗੁਰੂ ਮਹਾਰਾਜ ਆਪਣੇ ਸਾਥੀਆਂ ਨਾਲ ਖੇਡਦੇ ਨੇ। 4 ਕੁ ਸਾਲਾਂ ਦੇ ਹੋ ਗਏ, ਖੇਡ ਰਹੇ ਨੇ, ਪਤਾ ਲੱਗਿਆ ਵੀ ਨਵਾਬ ਆ ਰਿਹਾ ਹੈ। ਅੱਗੇ ਅੱਗੇ ਜਿਹੜੇ ਸੇਵਾਦਾਰ ਨੇ ਉਹ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਕਿ ਨਵਾਬ ਦੀ ਸਵਾਰੀ ਆ ਰਹੀ ਹੈ, ਸਭ ਨੇ ਖੜੇ ਹੋ ਕੇ ਸਲਾਮ ਕਰਨੀ ਹੈ। ਮੁਸਲਮਾਨ ਨਵਾਬ ਸੇ ਸਲਾਮ ਕਰਨੀ। ਗੁਰੂ ਮਹਾਰਾਜ ਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਆਪਾਂ ਨੇ ਨਵਾਬ ਨੂੰ ਸਲਾਮ ਨਹੀਂ ਕਰਨੇ। ਬੱਚੇ ਕਹਿੰਦੇ ਵੀ ਕਿਉਂ? ਕਹਿੰਦੇ ਚੰਗਾ ਨਹੀਂ ਹੈਗਾ, ਇਹ ਚੰਗਾ ਬੰਦਾ ਨਹੀਂ ਹੈ, ਅਤੇ ਭੈੜੇ ਬੰਦੇ ਦਾ ਕਦੇ ਸਤਿਕਾਰ ਨਹੀਂ ਕਰੀਦਾ ਹੁੰਦਾ। ਜੇ ਆਪਾਂ ਭੈੜੇ ਬੰਦੇ ਦਾ ਵੀ ਸਤਿਕਾਰ ਕਰਦੇ ਰਹੇ ਤਾਂ ਫਿਰ ਚੰਗਾ ਕਦੋਂ ਹੋਏਗਾ? ਉਹਨੂੰ ਐ ਲੋਕ ਮੈਂ ਤਾਂ ਚੰਗਾ, ਤਾਂ ਹੀ ਲੋਕ ਮੇਰਾ ਸਤਿਕਾਰ ਕਰਦੇ ਨੇ। ਭੈੜੇ ਬੰਦੇ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ, ਇਸ ਲਈ ਆਪਾਂ ਨੇ ਉਹਨੂੰ ਕੋਈ ਸਲਾਮ ਨਹੀਂ ਕਰਨਾ। ਜਦੋਂ ਸਵਾਰੀ ਨੇੜੇ ਆਈ ਹੈ ਤਾਂ ਅੱਗੇ ਜਿਹੜੇ ਸੇਵਾਦਾਰ ਸੀ ਕਹਿੰਦੇ ਬੱਚੋ ਨਵਾਬ ਦੀ ਸਵਾਰੀ ਆਈ ਹੈ, ਸਭ ਨੇ ਸਲਾਮ ਕਰਨੀ, ਪਰ ਕਿਸੇ ਨੇ ਵੀ ਸਲਾਮ ਨਹੀਂ ਕੀਤੀ ਨਵਾਬ ਨੂੰ। ਦੇਖੋ ਛੋਟੀ ਉਮਰ 'ਚ ਗਿਆਨ ਹੈ ਬਈ ਘਟੀਆ ਬੰਦੇ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਪਰ ਹੈਰਾਨੀ ਦੀ ਗੱਲ ਇਹ ਹੈ, ਕਈ ਵਾਰੀ ਅਖਬਾਰਾਂ ਛਪਦਾ ਹੈ ਇੰਨੇ MLA, ਇੰਨੇ MP ਜਿਨ੍ਹਾਂ ਦਾ ਪਿਛੋਕੜ ਘਟੀਆ ਹੈ, ਜਿਨ੍ਹਾਂ ਦੇ ਮੁਕੱਦਮੇ ਚੱਲ ਰਹੇ ਹਨ, ਉਹਨਾਂ ਨੂੰ ਵੀ ਉਹ ਇਲੈਕਸ਼ਨ 'ਚ ਖੜ੍ਹੇ ਹੋ ਗਏ। ਖੜ੍ਹਾ ਤਾਂ ਕੋਈ ਵੀ ਹੋ ਸਕਦਾ। ਉਹਨਾਂ ਗੁੰਡਿਆਂ ਨੂੰ, ਉਹਨਾਂ ਨਲਾਇਕ ਲੋਕਾਂ ਨੂੰ, ਘਟੀਆ ਲੋਕਾਂ ਨੂੰ ਵੋਟਾਂ ਨੇ ਪਾ ਕੇ ਜਿਤਾ ਦਿੱਤਾ ਹੈ, ਅਤੇ ਕਈ ਤਾਂ ਉਹਨਾਂ 'ਚ ਮਿਨਿਸਟਰ ਬਣ ਗਏ ਨੇ। ਫਿਰ ਉਹ ਆਪਣਾ ਘਟੀਆਪਣ ਕਿਉਂ ਛੱਡਣਗੇ? ਤੁਸੀਂ ਆਪ ਅੰਦਾਜ਼ਾ ਲਓ। ਜਦੋਂ ਅਸੀਂ ਘਟੀਆ ਬੰਦੇ ਨੂੰ ਵੋਟ ਪਾ ਦਿਆਂਗੇ, ਆਪਣਾ ਘਟੀਆਪਣ ਕਿਉਂ ਛੱਡੇਗਾ? ਮਗਰੋਂ ਫਿਰ 5 ਸਾਲ ਭਿੜਦੇ ਰਹਿੰਦੇ ਨੇ, ਇਹ ਸਰਕਾਰਾਂ ਹੈ ਜੀ, ਇਹ ਹੋਇਆ ਜੀ, ਵੀ ਤੁਸੀਂ ਚੁਣੀ ਹੈ ਨਾ ਚੁਣਦੇ। 4 ਸਾਲ ਦੇ ਬੱਚੇ ਨੂੰ ਗਿਆਨ ਹੈ ਕਿ ਘਟੀਆ ਬੰਦੇ ਨੂੰ ਸਲਾਮ ਨਹੀਂ ਕਰਨੀ ਚਾਹੀਦੀ, ਘਟੀਆ ਬੰਦੇ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਸਾਡੇ ਲਈ ਅਗਲੇ ਨੇ ਪੂਰਨੇ ਪਾਏ ਹੋਏ ਨੇ, ਜਿਹੜੇ ਮਹਾਨ ਰੂਹਾਂ ਨੇ, ਜਿਹੜੇ ਸਾਡੇ ਵੱਡੀ ਉਮਰ ਵਾਲੇ ਬੈਠੇ, ਮਾਨਸਾ ਬੈਠੇ ਹੋਣਗੇ, ਸਾਡੇ ਵੇਲੇ ਫਟੀਆਂ ਹੁੰਦੀਆਂ ਲੱਕੜ ਦੀਆਂ। ਟੀਚਰ ਪੈਨਸਲ ਦੇ ਨਾਲ ਉੱਥੇ ਊੜਾ, ਆੜਾ, ਈੜੀ, ਸੱਸਾ, ਹਾਹਾ 5 ਅੱਖਰ ਲਿਖਦੇ ਉਸਨੇ। ਪੁਰਾਣੇ ਟੀਚਰਾਂ ਦੀ ਲਿਖਾਈਆਂ ਬਹੁਤ ਸੁੰਦਰ ਹੁੰਦੀ ਸੀ, ਹੁਣ ਕਦੇ ਖੁਸ਼ ਕਰਤਾ ਜੀ ਦੀ ਲਿਖਾਈ ਬਹੁਤ ਸੋਹਣਾ ਲਿਖਦੇ ਸਨ। ਅਸੀਂ ਫਿਰ ਕਲਮਾਂ ਦੇ ਨਾਲ ਉਹ ਉੱਤੇ ਉਹਨਾਂ ਦੇ ਲਿਖਣਾ, ਉੱਤੇ ਸਿਆਹੀ ਫੇਰਨੀ। ਜਿਹੜੇ ਉਹਨਾਂ ਨੇ ਪੈਨਸਲ ਲਿਖੇ ਉਹਨੂੰ ਕਹਿੰਦੇ ਸੀ ਪੂਰਨੇ ਪਾਉਣਾ। ਹੁਣ ਜਿਹੋ ਜਿਹੇ ਪੂਰਨੇ ਹੋਣਗੇ ਉਹੋ ਜਿਹੀ ਅੱਗੋਂ ਨਕਲ ਹੋਏਗੀ ਨਾ।
ਸੋ ਦਸਮ ਪਾਤਸ਼ਾਹ ਨੇ ਛੋਟੀ ਉਮਰ 'ਚ ਸਿੱਖ ਕੌਮ ਲਈ ਪੂਰਨੇ ਪਾਏ ਕਿ ਤੁਸੀਂ ਘਟੀਆ ਬੰਦੇ ਦਾ ਸਤਿਕਾਰ ਨਹੀਂ ਕਰਨਾ। ਚੇਤਾਉਣਾ ਤਾਂ ਕਿਤੇ ਰਿਹਾ, ਪਰ ਕੌਮ ਹੌਲੀ ਹੌਲੀ ਭੁੱਲ ਭੁਲਾ ਜਾਂਦੀ ਹੈ। ਉੱਥੇ ਇੱਕ ਪੰਡਤ ਸ਼ਿਵਦੱਤ ਰਹਿੰਦੇ ਸੀ ਪਟਨੇ 'ਚ, ਗੰਗਾ ਨਦੀ ਦੇ ਕੰਢੇ 'ਤੇ। ਉਹ ਸ਼੍ਰੀ ਰਾਮਚੰਦਰ ਜੀ ਦੇ ਪੁਜਾਰੀ ਸਨ। ਹੌਲੀ ਹੌਲੀ ਦਸਵੇਂ ਪਾਤਸ਼ਾਹ ਦੀ ਸ਼ੋਹਰਤ ਫੈਲ ਰਹੀ ਹੈ। ਉਹਨੂੰ ਹੋਇਆ ਬਈ ਮੈਂ ਤਾਂ ਤਾਂ ਮੰਨਾਂਗਾ ਬਈ ਜੇ ਇਹ ਮੈਨੂੰ ਰਾਮਚੰਦਰ ਦੇ ਰੂਪ ਵਿੱਚ ਦਰਸ਼ਨ ਦੇਣ, ਮੈਂ ਤਾਂ ਮੰਨਾਂਗਾ। ਦੇਖੋ ਇਮਤਿਹਾਨ ਲੈ ਰਿਹਾ ਹਰ ਬੰਦਾ, ਵੀ ਸਿੱਧੇ ਨੇ ਅੰਨ੍ਹੇਵਾਹ 'ਚ ਵਿਸ਼ਵਾਸ ਕਰ ਲੈਣਾ, ਕਿਸੇ ਨੂੰ ਅੰਨ੍ਹੇਵਾਹ ਗੁਰੂ ਧਾਰਨ ਕਰ ਲੈਣਾ, ਕਿਸੇ ਨੂੰ ਅੰਨ੍ਹੇਵਾਹ ਸੰਤ ਕਹਿਣ ਲੱਗ ਜਾਣਾ। ਪਹਿਲਾਂ ਪਤਾ ਹੋਣਾ ਚਾਹੀਦਾ ਵੀ ਜਿਹਨੂੰ ਮੈਂ ਗੁਰੂ ਧਾਰਨ ਕਰਨ ਲੱਗਾ, ਜਿਹਨੂੰ ਮੈਂ ਸੰਤ ਕਹਿਣ ਲੱਗਾ ਹਾਂ, ਕਿ ਇਹਦੇ 'ਚ ਉਹ ਗੁਰੂ ਵਾਲੇ ਜਾਂ ਸੰਤ ਵਾਲੇ ਗੁਣ ਵੀ ਹਨ। ਅਤੇ ਜੇ ਉਂਝ ਹੀ ਕਰ ਲਿਆ ਤਾਂ ਫਿਰ ਜੇ ਮੰਨ ਲਓ ਗੁਰੂ ਨੂੰ ਜਾਂ ਕਿਸੇ ਸਾਧੂ ਨੂੰ ਹੋ ਗਈ ਜੇਲ੍ਹ, ਫਿਰ ਕੀ ਮੂੰਹ ਖਾਏਗਾ ਜੀ? ਲੋਕ ਕਹਿਣਗੇ ਜੋ ਤੁਹਾਡੇ ਗੁਰੂ ਨੂੰ ਤਾਂ ਜੇਲ੍ਹ ਹੋ ਗਈ ਹੈ, ਤੁਹਾਡੇ ਗੁਰੂ ਤਾਂ ਆਏ, ਉਹ ਜਿਹਨੂੰ ਤੁਸੀਂ ਸੰਤ ਦੀ ਸੰਤੀ ਕਹਿੰਦੇ ਤਾਂ ਆਏ ਹੈ। ਬੰਦਾ ਫਿਰ ਸ਼ਰਮਿੰਦਾ ਹੁੰਦਾ ਬਾਅਦ 'ਚ। ਤਾਂ ਪੰਡਤ ਸ਼ਿਵਦੱਤ ਨੇ ਕਿਹਾ ਬਈ ਜੇ ਗੁਰੂ ਮਹਾਰਾਜ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣਗੇ, ਮੈਂ ਤਾਂ ਮੰਨਾਂਗਾ। ਹੁਣ ਅੱਗੇ ਭਾਵੇਂ ਬੱਚੇ ਸਨ, ਪਰ ਜਨਮ ਤੋਂ ਬ੍ਰਹਮ ਗਿਆਨੀ ਸਨ, ਜਨਮ ਤੋਂ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਹੋਈਆਂ ਸਨ, ਜਨਮ ਤੋਂ ਹੀ ਰਿਧੀਆਂ ਸਿੱਧੀਆਂ ਸਨ। ਗੁਰੂ ਮਹਾਰਾਜ ਨੂੰ ਵੀ ਪਤਾ ਲੱਗ ਗਿਆ ਕਿ ਪੰਡਤ ਸ਼ਿਵਦੱਤ ਕਹਿੰਦਾ ਮੈਂ ਤਾਂ ਤੁਹਾਨੂੰ ਤਾਂ ਮੰਨਾਂਗਾ ਜੇ ਤੁਸੀਂ ਮੈਨੂੰ ਰਾਮਚੰਦਰ ਦੇ ਰੂਪ ਵਿੱਚ ਦਰਸ਼ਨ ਦਿਓ। ਗੁਰੂ ਮਹਾਰਾਜ ਪਤਾ ਸੀ ਸਵੇਰੇ ਸਵੇਰੇ ਨਹਾ ਧੋ ਕੇ ਗੰਗਾ ਨਦੀ ਦੇ ਕੰਢੇ 'ਤੇ ਬਹਿ ਕੇ ਇਹ ਭਜਨ ਬੰਦਗੀ ਕਰਦੇ। ਗੁਰੂ ਮਹਾਰਾਜ ਚਲੇ ਗਏ। ਉਹ ਅੱਗੇ ਪੰਡਤ ਸ਼ਿਵਦੱਤ ਜੀ ਅੱਖਾਂ ਬੰਦ ਕਰਕੇ ਆਪਣਾ ਭਜਨ ਬੰਦਗੀ ਕਰ ਰਹੇ ਨੇ। ਅੱਖਾਂ ਇਸ ਲਈ ਬੰਦ ਕਰਦੇ ਨੇ, ਜੇ ਅੱਖਾਂ ਖੁੱਲ੍ਹੀਆਂ ਹੋਣਗੀਆਂ ਇੱਧਰ ਉੱਧਰ ਦੇਖੀ ਜਾਣਗੀਆਂ, ਧਿਆਨ ਫਿਰ ਇੱਧਰ ਉੱਧਰ ਨੂੰ ਜਾਵੇਗਾ। ਇਸ ਕਰਕੇ ਆਮ ਤੌਰ 'ਤੇ ਭਜਨ ਬੰਦਗੀ ਕਰਨ ਵਾਲੇ ਅੱਖਾਂ ਬੰਦ ਕਰਕੇ ਭਜਨ ਬੰਦਗੀ ਕਰਦੇ ਹਨ। ਗੁਰੂ ਮਹਾਰਾਜ ਸਾਹਮਣੇ ਜਾ ਖਲੋਤੇ, ਪੰਡਤ ਜੀ ਦੀ ਅੱਖਾਂ ਬੰਦ ਨੇ, ਜਿਵੇਂ ਬੱਚੇ ਕਹਿੰਦੇ ਝਾਅ। ਗੁਰੂ ਮਹਾਰਾਜ ਕੇ ਪੰਡਤ ਜੀ ਝਾਅ। ਉਹਨਾਂ ਨੇ ਅੱਖਾਂ ਖੋਲ੍ਹੀਆਂ, ਕੀ ਦੇਖਦੇ ਨੇ ਸਾਹਮਣੇ 'ਤੇ ਸ਼੍ਰੀ ਰਾਮਚੰਦਰ ਜੀ ਖੜ੍ਹੇ। ਉਹਨੇ ਮੱਥਾ ਟੇਕਿਆ, ਜਦੋਂ ਸਿਰ ਉੱਪਰ ਚੁੱਕਿਆ ਸਾਹਮਣੇ ਗੋਬਿੰਦ ਰਾਏ ਜੀ ਖੜ੍ਹੇ ਨੇ। ਉਹ ਬਹੁਤ ਪ੍ਰਭਾਵਿਤ ਹੋਇਆ, ਇੰਨਾ ਪ੍ਰਭਾਵਿਤ ਹੋਇਆ ਕਿ ਸਾਰੀ ਉਮਰ ਬਾਅਦ 'ਚ ਵੀ ਭਾਵੇਂ ਗੁਰੂ ਮਹਾਰਾਜ ਕੋਈ ਸਮੇਂ ਬਾਅਦ ਪਟਨਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਆ ਗਏ, ਪਰ ਉਹ ਬੜਾ ਹੀ ਸ਼ਰਧਾਲੂ ਰਿਹਾ। ਕਿਉਂ? ਵੇਖ ਲਿਆ ਕਿ ਇਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ। ਬੱਚੇ ਹੋਣ ਦੇ ਬਾਵਜੂਦ ਵੀ ਸਾਰੇ ਵੱਡਿਆਂ ਵਾਲੇ ਗੁਣ ਹਨ, ਸ਼ਕਤੀਆਂ ਹਨ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਜਾਗੀਰਦਾਰ ਹੁੰਦੇ ਸਨ, ਉਹਨਾਂ ਨੂੰ ਆਮ ਤੌਰ 'ਤੇ ਲੋਕ ਰਾਜਾ ਜੀ ਕਹਿੰਦੇ ਸੀ। ਉੱਥੇ ਰਾਜਾ ਮੈਣੀ ਗੋਤ ਹੁੰਦੀ ਹੈ। ਰਾਜਾ ਮੈਣੀ ਰਿਹਾ ਕਰਦਾ ਪਟਨਾ ਸਾਹਿਬ ਦੇ ਵਿੱਚ। ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ। ਗੁਰੂ ਮਹਾਰਾਜ ਸਾਥੀਆਂ ਨੂੰ ਲੈ ਕੇ ਉਹਨਾਂ ਦੇ ਵਿਹੜੇ 'ਚ ਖੇਡਣ ਚਲੇ ਜਾ ਕਰਦੇ ਕਈ ਵਾਰੀ, ਕਿਉਂਕਿ ਰਾਜਾ ਕੋਲ ਖੁੱਲ੍ਹਾ ਥਾਂ ਹੁੰਦਾ। ਅਮੀਰ ਦੀ ਕੋਠੀ ਘਰ ਵੇਸ਼ੇ ਵੱਡਾ ਸਾਰਾ ਹੁੰਦਾ। ਭਾਵੇਂ ਜਦੋਂ ਆਪਾਂ ਪਟਨਾ ਸਾਹਿਬ ਜਾਈਏ, ਬਾਲ ਲੀਲਾ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ, ਉਹੀ ਰਾਜਾ ਮੈਣੀ ਦਾ ਘਰ ਸੀ ਉੱਥੇ।
ਹੁਣ ਜਿਨ੍ਹਾਂ ਦੇ ਬੱਚਾ ਨਹੀਂ ਹੈ ਉਹਨਾਂ ਨੂੰ ਬੱਚੇ ਬੜੇ ਪਿਆਰੇ ਲੱਗਦੇ ਨੇ। ਰਾਣੀ ਕੀ ਕਰਦੀ ਹੈ, ਇੱਕ ਦਿਨ ਪੁੱਛਿਆ ਵੀ ਬੱਚਿਓ ਕੀ ਖਾਓਗੇ, ਕਹਿੰਦੇ ਅਸੀਂ ਛੋਲੇ ਪੂਰੀਆਂ ਖਾਵਾਂਗੇ। ਬੱਚਿਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ। ਔਰ ਸਾਡੇ ਜੇ 5-7 ਮੁੰਡੇ ਸੇਵਾਦਾਰ ਨੇ, ਜਦੋਂ ਡਰਾਇੰਗ ਰੂਮ 'ਚ ਆਉਂਦੇ ਨੇ, ਮੈਂ ਆਪਣੀ ਮਰਜ਼ੀ ਨੇ ਇਹਨਾਂ ਪ੍ਰਸ਼ਾਦ ਨਹੀਂ ਦਿੰਦਾ। ਮੈਨੂੰ ਪਤਾ ਕੋਈ ਰਸਗੁੱਲੇ ਖਾਣ ਦਾ ਸ਼ੌਕੀਨ ਹੈ, ਕੋਈ ਲੱਡੂ ਦਾ ਸ਼ੌਕੀਨ ਹੈ, ਕੋਈ ਬਰਫੀ ਦਾ ਸ਼ੌਕੀਨ ਹੈ। ਮੈਨੂੰ ਕਿਹਾ ਭਾਈ ਆਹ ਡੱਬੇ ਪਏ ਨੇ, ਆਪਣੀ ਪਸੰਦ ਦਾ ਖਾ ਲਓ। ਸੋ ਬੱਚੇ ਕਹਿੰਦੇ ਅਸੀਂ ਤਾਂ ਜੀ ਪੂਰੀਆਂ ਖਾਣੀਆਂ, ਛੋਲੇ ਖਾਣੇ। ਮੈਂ ਕਈ ਵਾਰੀ ਸੋਚਦਾ ਵੀ ਕਈ 100 ਸਾਲ ਪਹਿਲਾਂ ਦੀ ਗੱਲ ਹੈ। ਦੇਖੋ ਛੋਲੇ ਪੂਰੀ ਉਦੋਂ ਵੀ ਸਨ, ਉਦੋਂ ਵੀ ਦੁਨੀਆ ਪਿਆਰ ਨਾਲ ਖਾਂਦੇ ਸੀ, ਹੈ ਅੱਜ ਵੀ ਖਾਂਦੇ ਨੇ, ਅੱਜ ਵੀ ਖਾਂਦੇ। ਇਹ ਕੁਦਰਤੀ ਮੇਲ ਹੁੰਦਾ ਕਈ ਚੀਜ਼ਾਂ ਮੈਂ ਦੇਖਿਆ, ਜਿਵੇਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਇਹ ਮੇਲ ਹੈ। ਮੈਂ ਦੇਖਿਆ ਵਾਕਈ ਮੱਕੀ ਦੀ ਰੋਟੀ ਸਰੋਂ ਦੇ ਸਾਗ ਨਾਲ ਸਵਾਦ ਲੱਗਦੀ ਹੈ, ਹੋਰਾਂ ਨਾਲ ਸਵਾਦ ਨਹੀਂ ਲੱਗਦੀ। ਖੈਰ ਰੋਜ਼ ਛੋਲੇ ਪੂਰੀਆਂ ਖਾਂਦੇ ਨਾਲੇ ਖੇਡਦੇ ਨੇ। ਰਾਣੀ ਬੜਾ ਪਿਆਰ ਕਰਦੇ ਗੁਰੂ ਮਹਾਰਾਜ ਨੂੰ, ਮਨ 'ਚ ਸੋਚਦੀ ਹੈ ਵੀ ਮੇਰੇ ਘਰ ਵੀ ਇਹੋ ਜਿਹਾ ਪੁੱਤਰ ਹੋਵੇ। ਇੱਕ ਦਿਨ ਗੁਰੂ ਮਹਾਰਾਜ ਖੇਡਦੇ ਖੇਡਦੇ ਰਾਣੀ ਦੀ ਗੋਦ 'ਚ ਜਾ ਬੈਠੇ। ਕਹਿੰਦੇ ਗੋਬਿੰਦ ਰਾਏ ਜੀ, ਸਾਡੇ ਘਰ ਕੋਈ ਪੁੱਤਰ ਨਹੀਂ ਹੈ, ਤੁਸੀਂ ਲੋਕਾਂ ਨੂੰ ਇੰਨੀਆਂ ਦਾਤਾਂ ਦਿੰਦੇ ਹੋ, ਸਾਨੂੰ ਵੀ ਪੁੱਤਰ ਦੀ ਦਾਤ ਦਿਓ। ਕਹਿੰਦੇ ਮਾਤਾ ਜੀ ਤੁਸੀਂ ਮੈਨੂੰ ਹੀ ਪੁੱਤਰ ਸਮਝ ਲਓ। ਧਿਆਨ ਦੇਣਾ, ਕਈ ਵਾਰੀ ਬੱਚਾ ਭਾਗਾਂ 'ਚ ਨਹੀਂ ਹੁੰਦਾ ਅਤੇ ਕੋਈ ਦੇ ਵੀ ਨਹੀਂ ਸਕਦਾ ਹੁੰਦਾ। ਨਹੀਂ ਤਾਂ ਕਹਿੰਦੇ ਕੋਈ ਨਹੀਂ ਮਾਤਾ ਜੀ ਹੋ ਜਾਏਗਾ ਜੀ, ਨਹੀਂ ਹੁੰਦਾ ਕਈ ਵਾਰੀ। ਗੁਰੂ ਨਾਨਕ ਦੀ ਕਿੱਡੀ ਵੱਡੀ ਹਸਤੀ ਸੀ, ਉਹ ਵੀ ਆਪਣੀ ਭੈਣ ਨੂੰ ਬੱਚੇ ਦੀ ਦਾਤ ਨਾ ਦੇ ਸਕੇ। ਰਾਏ ਬੁਲਾਰ ਨੂੰ ਤਾਂ ਪੁੱਤਰ ਦੀ ਦਾਤ ਦਿੱਤੀ ਬੁਢਾਪੇ 'ਚ ਵੀ, ਪਰ ਆਪਣੀ ਭੈਣ ਬੇਬੇ ਨਾਨਕੀ ਨੂੰ ਪੁੱਤਰ ਦੀ ਦਾਤ ਨਹੀਂ ਦੇ ਸਕੇ। ਅਤੇ ਉਹਨਾਂ ਨੇ ਆਪਣਾ ਵੱਡਾ ਪੁੱਤਰ ਸ਼੍ਰੀ ਚੰਦ ਜੀ, ਉਹ ਆਪਣੀ ਭੈਣ ਦੀ ਗੋਦੀ 'ਚ ਰੱਖਤਾ ਕਿ ਅੱਗੇ ਤੁਸੀਂ ਨੇ ਪੁੱਤਰ ਸਮਝਣਾ। ਕਈ ਮੇਰੇ ਕੋਲ ਆ ਜਾਣਗੇ ਜੀ ਬੱਚਾ ਨਹੀਂ ਹੋ ਰਿਹਾ ਜੀ, ਮੈਂ ਹੁਕਮਨਾਮਾ ਲੈਣਾ, ਮੈਂ ਤੁਹਾਡੇ ਭਾਗਾਂ 'ਚ ਹੀ ਹੈ ਨਹੀਂ ਜੀ। ਨਹੀਂ ਜੀ ਸਾਧੂ ਸੰਤ ਤਾਂ ਬਹੁਤ ਕੁਛ ਕਰ ਸਕਦੇ ਹਨ। ਫਿਰ ਮੈਨੂੰ ਅਖੀਰ 'ਤੇ ਇਹਨਾਂ ਦੋਨਾਂ ਦੀ ਦੱਸਣਾ ਪੈਂਦਾ ਬਈ ਜੇ ਬੰਦਾ ਸਭ ਕੁਛ ਕਰ ਸਕਦਾ ਹੁੰਦਾ ਤਾਂ ਜ਼ਰੂਰ ਗੁਰੂ ਨਾਨਕ ਦੇਵ ਜੀ ਵਰ ਦਿੰਦੇ ਆਪਣੀ ਭੈਣ ਨੂੰ ਵੀ ਤੇਰੇ ਘਰ ਪੁੱਤਰ ਹੋਵੇਗਾ, ਪਰ ਨਹੀਂ। ਮੈਂ ਗੋਬਿੰਦ ਰਾਏ ਜੀ ਵੀ ਰਾਣੀ ਮੈਣ ਨੂੰ ਵਰ ਦੇ ਸਕਦੇ ਸਨ ਅਤੇ ਇੰਨਿਆਂ ਨੂੰ ਦਿੱਤੇ ਹੈ, ਪਰ ਨਹੀਂ। ਉਹਨਾਂ ਨੇ ਇਹੀ ਕਿਹਾ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝ ਲਓ। ਉਹ ਹੋਰ ਵੀ ਬਹੁਤ ਪਿਆਰ ਕਰਨ ਲੱਗ ਪਏ। ਜਦੋਂ ਫਿਰ ਤੁਰਨਾ ਸੀ ਪਰਿਵਾਰ ਨੇ ਪਟਨੇ ਤੋਂ, ਰਾਣੀ ਮੈਣੀ ਕਹਿੰਦੀ ਬਈ ਬੜਾ ਜੀਅ ਲੱਗਾ ਸੀ, ਹੁਣ ਤੁਸੀਂ ਚੱਲੇ ਹੋ, ਪਤਾ ਨਹੀਂ ਫਿਰ ਕਦੋਂ ਆਵੋ ਨਾ ਆਵੋ, ਐਡੀ ਦੂਰ ਚੱਲੇ ਹੋ। ਕਿਉਂ ਉਦੋਂ ਕਿਹੜਾ ਕੋਈ ਆਵਾਜਾਈ ਦੇ ਸਾਧਨ ਸਮੇਂ ਗੇੜਾ ਮਾਰ ਜਾਵਾਂਗੇ, ਕਾਰ 'ਤੇ ਆ ਕੇ, ਗੱਡੀ 'ਤੇ ਆ ਜਾਵਾਂਗੇ 33 ਘੰਟਿਆਂ 'ਚ। ਹਵਾਈ ਆ ਤਾਂ 2 ਘੰਟੇ 'ਚ ਲੈ ਜਾਂਦਾ, ਮੋਹਾਲੀ ਉੱਡੋ 1 ਘੰਟਾ 50 ਮਿੰਟ ਉੱਥੇ ਲੈ ਜਾਂਦਾ। ਖੈਰ ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨਾ ਰਾਣੀ ਜੀ, ਜਦੋਂ ਵੀ ਤੁਹਾਡਾ ਜੀਅ ਕਰੇ ਨਾ ਸਾਡੇ ਦਰਸ਼ਨ ਕਰਨ ਦਾ, ਇਹ ਬੱਚਿਆਂ ਨੂੰ ਸੱਦ ਕੇ ਨਾ ਛੋਲੇ ਪੂਰੀ ਖਵਾਇਆ ਕਰੋ, ਇਹਨਾਂ ਦੇ ਵਿੱਚ ਹੀ ਸਾਨੂੰ ਤੁਹਾਡੇ ਦਰਸ਼ਨ ਹੋ ਜਾਇਆ ਕਰਨਗੇ। ਦਰਸ਼ਨ ਹੀ ਕਰਨੇ ਨੇ ਤੁਸੀਂ, ਇਹਨਾਂ 'ਚ ਸਾਡੇ ਹੋ ਜਾਇਆ ਕਰਨਗੇ ਦਰਸ਼ਨ। ਅਤੇ ਸਾਰਾ ਪਰਿਵਾਰ 9ਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ, ਕਿਉਂਕਿ 9ਵੇਂ ਪਾਤਸ਼ਾਹ ਪਹਿਲਾਂ ਅਨੰਦਪੁਰ ਸਾਹਿਬ ਆ ਗਏ ਸਨ, ਪਰਿਵਾਰ ਨੂੰ ਉੱਥੇ ਹੀ ਛੱਡ ਕੇ। ਫਿਰ 9ਵੇਂ ਪਾਤਸ਼ਾਹ ਨੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਅਨੰਦਪੁਰ ਸਾਹਿਬ ਆ ਜਾਓ। ਰਾਹ 'ਚ ਪੈਂਦਾ ਅੰਬਾਲੇ ਦੇ ਨਜ਼ਦੀਕ ਲਖਨੌਰ ਸਾਹਿਬ,
ਇਹ ਜਿਹੜਾ ਮਾਤਾ ਗੁਜਰ ਕੌਰ ਜੀ ਦੇ ਪੇਕਿਆਂ ਦਾ ਘਰ ਸੀ, ਪਿੰਡ ਹੈ ਪੇਕਿਆਂ ਦਾ, ਲਖਨੌਰ ਸਾਹਿਬ। ਮਾਤਾ ਗੁਜਰ ਕੌਰ ਜੀ ਲਖਨੌਰ ਸਾਹਿਬ ਦੇ ਸਨ। ਪਰਿਵਾਰ ਗੁਰੂ ਮਹਾਰਾਜ ਕਿਹਾ ਤੁਸੀਂ ਇੱਥੇ ਠਹਿਰੋ, ਜਿੰਨਾ ਚਿਰ ਅਸੀਂ ਅਗਲਾ ਹੁਕਮ ਨਹੀਂ ਦਿੰਦੇ ਪਰਿਵਾਰ ਨੇ ਇੱਥੇ ਠਹਿਰਨਾ। ਫਿਰ ਪਰਿਵਾਰ ਉੱਥੇ ਰੁਕ ਗਿਆ। ਜਿਹੜਾ ਘੜਾਮ ਦਾ ਪੀਰ ਭੀਖਣ ਸ਼ਾਹ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਪਟਨੇ ਦੇ ਵਿੱਚ ਅੰਮ੍ਰਿਤ ਵੇਲੇ, ਪੀਰ ਭੀਖਣ ਸ਼ਾਹ ਆਪਣੀ ਭਜਨ ਬੰਦਗੀ ਕਰਨ, ਹੁਣ ਜਿਹੜੇ ਬਹੁਤ ਉੱਚੀ ਅਵਸਥਾ ਦੇ ਲੋਕ ਹੋ ਜਾਂਦੇ ਨੇ, ਉਹਨਾਂ ਨੂੰ ਬੜਾ ਕੁਛ ਅਨੁਭਵ ਹੋਣ ਲੱਗ ਜਾਂਦਾ ਹੈ। ਉਹਨਾਂ ਦੇਖਿਆ ਕਿ ਅੱਲਾ ਦਾ ਨੂਰ ਪੂਰਬ 'ਚ ਹੋਇਆ। ਅੱਜ ਮੁਸਲਮਾਨ, ਹਿੰਦੁਸਤਾਨ ਦੇ ਮੁਸਲਮਾਨ ਜਦੋਂ ਵੀ ਮੱਥਾ ਟੇਕਦੇ ਨੇ ਪੱਛਮ ਵੱਲ ਮੂੰਹ ਕਰਕੇ ਟੇਕਦੇ ਨੇ, ਵੀ ਉੱਧਰ ਮੱਕਾ ਹੈ, ਉਹਦਾ ਮੱਕਾ। ਚੇਲੇ ਵੀ ਬੈਠੇ ਨੇ ਭਜਨਬੰਦੀ ਕਰ ਰਹੇ। ਪੀਰ ਭੀਖਣ ਸ਼ਾਹ ਨੇ ਪੂਰਬ ਵੱਲ ਸਿਰ ਕਰਕੇ ਮੱਥਾ ਟੇਕਿਆ ਧਰਤੀ ਦੇ। ਚੇਲੇ ਬਲ ਕੇ ਕਹਿੰਦੇ ਪੀਰ ਜੀ ਆਹ ਕੀ ਕੀਤਾ ਤੁਸੀਂ? ਆਪਾਂ ਦੇ ਪੱਛਮ ਵੱਲ ਮੂੰਹ ਕਰਕੇ ਮੱਥਾ ਟੇਕਦੇ ਹਾਂ, ਤੁਸੀਂ ਅੱਜ ਪੂਰਬ ਵੱਲ ਮੂੰਹ ਕਰਕੇ ਮੱਥਾ ਟੇਕਿਆ। ਕਹਿੰਦੇ ਅੱਜ ਅੱਲਾ ਦਾ ਨੂਰ ਪੂਰਬ ਵਿੱਚ ਪੈਦਾ ਹੋਇਆ ਹੈ, ਮੈਂ ਇਸ ਲਈ ਮੱਥਾ ਟੇਕਿਆ। ਅਤੇ ਜਦੋਂ ਪੀਰ ਭੀਖਣ ਸ਼ਾਹ ਨੂੰ ਪਤਾ ਲੱਗਾ ਕਿ ਅੱਲਾ ਦਾ ਨੂਰ ਗੋਬਿੰਦ ਰਾਏ ਦੇ ਰੂਪ ਵਿੱਚ ਲਖਨੌਰ ਸਾਹਿਬ ਆਏ ਹੋਏ ਹਨ, ਪੀਰ ਭੀਖਣ ਸ਼ਾਹ ਵੀ ਜਿਹੜਾ ਹੈ ਉਹਨਾਂ ਦੇ ਦਰਸ਼ਨ ਕਰਨ ਉੱਥੇ ਆ ਗਏ। ਉਦੋਂ ਆਪ ਜੀ 7 ਸਾਲਾਂ ਦੇ ਸਨ, ਗੋਬਿੰਦ ਰਾਏ ਜੀ। ਪੀਰ ਭੀਖਣ ਸ਼ਾਹ ਨੇ ਸੋਚਿਆ ਵੀ ਮੈਂ ਦੇਖਾਂ ਤਾਂ ਸਹੀ ਵੀ ਇਹ ਹਿੰਦੂਆਂ ਦਾ ਪੱਖ ਪੂਰੇਗਾ ਕਿ ਮੁਸਲਮਾਨਾਂ ਦਾ ਪੱਖ ਪੂਰੇਗਾ। ਉਦੋਂ ਦੋ ਹੀ ਕੌਮਾਂ ਸਨ। ਸਿੱਖ ਜਿਹੜੇ ਨੇ ਅੱਜ ਦੀ ਸ਼ਕਲ ਸੂਰਤ ਵਾਲੇ ਨਹੀਂ ਸਨ। ਉਂਝ ਜਿਹੜਾ ਵੀ ਗੁਰੂ ਨਾਨਕ ਦਾ ਸਿੱਖ, ਗੁਰੂ ਨਾਨਕ ਦੇਵ ਜੀ ਨੇ ਜਦੋਂ ਮਰਦਾਨਾ ਜੀ ਨੂੰ ਨਾਲ ਲਿਆ ਤਾਂ ਕਹਿੰਦੇ ਮਰਦਾਨਾ ਜੀ ਅੱਜ ਤੋਂ ਬਾਅਦ ਤੁਸੀਂ ਦਾੜ੍ਹੀ ਨਹੀਂ ਕੱਟਣੀ। ਗੁਰੂ ਨਾਨਕ ਦੇ ਸਾਰੇ ਸਿੱਖ ਸਿੱਖੀ ਸਰੂਪ ਸਨ, ਸਿੱਖੀ ਸਰੂਪ ਸਨ। ਇਸ ਲਈ ਜਦੋਂ 5 ਪਿਆਰਿਆਂ ਅੰਮ੍ਰਿਤ ਛਕਾਇਆ, ਇੰਨੀ ਸੰਗਤ ਨੂੰ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਸਾਰੇ ਦੇ ਸਾਰੇ ਉਦੋਂ ਸਿੱਖੀ ਸਰੂਪ ਵਿੱਚ ਸਨ। ਉਦੋਂ ਸਿੱਖ ਉਹਨਾਂ ਨੇ ਕਹਿਤਾ, ਸਾਰੇ ਗੁਰੂ ਨੇ ਕਹਿਤਾ ਸੀ ਕਿ ਵਾਲ ਨਹੀਂ ਕਟਾਉਣਾ। ਇਸ ਲਈ ਜਿਹੜਾ ਵੀ ਸਿੱਖ ਸੀ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੋਂ ਅੱਜ ਵੀ ਸਾਡੀ ਸ਼ਕਲ ਸੂਰਤ ਨੂੰ ਵੇਖ ਕੇ ਕਹਿੰਦੇ ਸਿੱਖ ਹੈ। ਹਿੰਦੂ ਵੀ ਖੜ੍ਹੇ ਨੇ, ਮੁਸਲਮਾਨ ਵੀ ਖੜ੍ਹੇ ਨੇ, ਈਸਾਈ ਵੀ ਖੜ੍ਹੇ ਨੇ, ਸਿੱਖ ਵੀ ਖੜ੍ਹੇ ਨੇ। ਅਤੇ ਕਿਸੇ ਨੂੰ ਪੁੱਛੋ ਵੀ ਇਹਨਾਂ 'ਚ ਦਾ ਸਿੱਖ ਕਿਹੜਾ, ਉਹ ਕਹੂਗਾ ਫਲਾਣਾ, ਪਹਿਚਾਣ ਲਏਗਾ। ਹੁਣ ਪੀਰ ਭੀਖਣ ਸ਼ਾਹ ਦੇ ਮਨ 'ਚ ਹੈ ਵੀ ਦੇਖਾਂ ਵੀ ਹਿੰਦੂਆਂ ਦੇ ਪੀਰ ਹੋਣਗੇ, ਮੁਸਲਮਾਨਾਂ ਦੇ ਹੋਣਗੇ, ਕਿਹਦੇ ਹੋਣਗੇ। ਉਹਨੇ 2 ਕੁੱਜੀਆਂ ਲਾਈਆਂ, ਇੱਕ ਦੁੱਧ ਪਾ ਲਿਆ, ਇੱਕ ਪਾਣੀ ਪਾ ਲਿਆ, ਅਤੇ ਮਨ 'ਚ ਫੁਰਨਾ ਕਰ ਲਿਆ ਵੀ ਜੇ ਪਾਣੀ ਵਾਲੀ ਕੁੱਜੀ 'ਤੇ ਹੱਥ ਰੱਖਣਗੇ ਤਾਂ ਜਿਹੜਾ ਹੈ ਹਿੰਦੂਆਂ ਦੇ ਹੋਣਗੇ, ਦੁੱਧ ਵਾਲੇ 'ਤੇ ਰੱਖਣਗੇ ਮੰਨ ਲਓ ਮੁਸਲਮਾਨਾਂ ਦੇ ਹੋਣਗੇ। ਗੁਰੂ ਮਹਾਰਾਜ ਕੋਈ ਜਾਣੀ ਜਾਣ ਸਨ। ਉਹਨਾਂ ਨੇ ਦੋਨਾਂ ਕੁੱਜੀਆਂ 'ਤੇ ਹੀ ਹੱਥ ਰੱਖਤਾ। ਫਿਰ ਬੜਾ ਪ੍ਰਸੰਨ ਹੋਇਆ ਹੈ ਵੀ ਇਹਨਾਂ ਦੀ ਨਜ਼ਰਾਂ 'ਚ ਹਿੰਦੂ ਮੁਸਲਮਾਨ ਇੱਕੋ ਜਿਹੇ ਹਨ। ਇਹ ਤਾਂ ਸਾਡੀਆਂ ਨਜ਼ਰਾਂ 'ਚ ਹੈ, ਬ੍ਰਹਮ ਗਿਆਨੀ ਦੀ ਨਜ਼ਰਾਂ ਸਾਰੇ ਇੱਕੋ ਹੀ ਨੇ। ਬ੍ਰਹਮ ਗਿਆਨੀ ਦੀ ਨਜ਼ਰਾਂ 'ਚ ਸਭ ਨੂੰ ਪਤਾ ਹੈ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਬ੍ਰਹਮ ਗਿਆਨੀ ਦੀ ਨਜ਼ਰਾਂ 'ਚ ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਉਹ ਸਭ ਇੱਕੋ ਨਜ਼ਰ ਨਾਲ ਸਭ ਨੂੰ ਵੇਖਿਆ ਜਾਂਦਾ ਹੈ। ਇਹ ਤਾਂ ਸਾਡੇ ਵਿੱਚ ਹੈ ਜਾਤ ਪਾਤ ਧਰਮ ਦੇ ਵਖਰੇਵੇਂ, ਲੜਾਈਆਂ ਝਗੜੇ। ਖੈਰ ਚਲੋ ਪੀਰ ਜੀ ਵਾਪਸ ਚਲੇ ਗਏ।
ਕੋਈ ਸਮੇਂ ਬਾਅਦ ਨਵੇਂ ਪਾਤਸ਼ਾਹ ਦਾ ਸੁਨੇਹਾ ਹੈ ਕਿ ਪਰਿਵਾਰ ਅਨੰਦਪੁਰ ਸਾਹਿਬ ਪਹੁੰਚੋ। ਸਾਰਾ ਪਰਿਵਾਰ ਅਨੰਦਪੁਰ ਸਾਹਿਬ ਆ ਗਿਆ। ਗੁਰੂ ਮਹਾਰਾਜ ਨੇ ਗੋਬਿੰਦ ਰਾਏ ਜੀ ਨੂੰ ਸਿੱਖਿਆ ਪੜ੍ਹਾਉਣ ਵਾਲੇ ਲਾਏ, ਸ਼ਸਤਰ ਵਿੱਦਿਆ ਸਿਖਾਉਣ ਵਾਲੇ ਲਾਏ, ਤਾਂ ਜੋ ਸ਼ਸਤਰ ਵਿੱਦਿਆ 'ਚ ਵੀ ਨਿਪੁੰਨ ਹੋ ਜਾਣ। ਅਤੇ ਉਸ ਸਮੇਂ ਜੋ ਫਾਰਸੀ, ਸੰਸਕ੍ਰਿਤ ਦਾ, ਹਿੰਦੀ ਦਾ ਇਹ ਪ੍ਰਚਲਨ ਸੀ ਉਹ ਵੀ ਹੋ ਜਾਏ, ਪੰਜਾਬੀ ਵੀ ਆ ਜਾਏ। ਕਿਉਂ? ਸੋ ਇਸ ਲਈ ਟੀਚਰ ਲਾ ਦਿੱਤੇ ਗਏ ਹਨ। ਇੰਨੇ ਚਿਰ ਨੂੰ 1671 ਈਸਵੀ ਨੂੰ ਸਾਰੇ ਦੇਸ਼ 'ਚ ਔਰੰਗਜ਼ੇਬ ਦਾ ਰਾਜ ਹੋ ਗਿਆ ਹੈ। ਜਿਵੇਂ ਸਾਡੇ 'ਚੋਂ ਹਰ ਇੱਕ ਦਾ ਸੁਭਾਅ ਅੱਡ ਅੱਡ ਹੈ, ਇਸ ਤਰ੍ਹਾਂ ਰਾਜਿਆਂ ਦੀ ਸੋਚ, ਰਾਜਿਆਂ ਦੇ ਸੁਭਾਅ ਵੀ ਅੱਡ ਅੱਡ ਹੋਇਆ ਕਰਦੇ ਹਨ। ਕਈ ਖੁੱਲ੍ਹੇ ਦਿਲ ਵਾਲੇ ਹੁੰਦੇ ਨੇ, ਕਈ ਸੌੜੀ ਸੋਚ ਵਾਲੇ ਹੁੰਦੇ ਹਨ। ਅਕਬਰ ਖੁੱਲ੍ਹੇ ਸੁਭਾਅ ਦਾ ਸੀ, ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ। ਸਿੱਖ ਧਰਮ ਦਾ, ਗੁਰੂਆਂ ਦਾ ਕਿੰਨਾ ਅਕਬਰ ਸਤਿਕਾਰ ਕਰਦਾ ਸੀ। ਅਕਬਰ ਆਇਆ, ਹੇਠਾਂ ਬੈਠ ਕੇ ਲੰਗਰ ਛਕਿਆ ਉਹਨੇ। ਇਹ ਨਹੀਂ ਮੈਂ ਰਾਜਾ ਅਤੇ ਵੇਲੇ ਕੋਈ ਮੇਜ਼ ਕੁਰਸੀਆਂ ਦੀ ਉੱਚੀ ਥਾਂ ਚਾਹੀਦੀ ਹੈ, ਨਹੀਂ। ਤੀਸਰੇ ਪਾਤਸ਼ਾਹ ਦੇ ਵੇਲੇ ਉਹਨੇ ਹੇਠਾਂ ਬੈਠ ਕੇ ਲੰਗਰ ਛਕਿਆ ਸੀ। ਹਾਂ, ਖੈਰ ਇਹ ਜਿਹੜਾ ਔਰੰਗਜ਼ੇਬ ਸੀ ਇਹ ਕੱਟੜ ਸੁਭਾਅ ਦਾ ਸੀ। ਇਹ ਕਹਿੰਦੇ ਸਾਰਾ ਹਿੰਦੁਸਤਾਨ ਜਿਹੜਾ ਹੈ ਇਹ ਮੁਸਲਮਾਨ ਹੋਵੇ। ਜਿਵੇਂ ਕਈ ਵਾਰੀ ਹੁਣ ਲੀਡਰ ਕਈ ਨਾਅਰੇ ਲਾਉਂਦੇ ਨੇ, ਇਹ ਦੇਸ਼ ਹਿੰਦੂਆਂ ਦਾ ਹੈ, ਸਾਰੇ ਹਿੰਦੂ ਨੇ। ਬਥੇਰੇ ਕਹਿੰਦੇ, ਆਪ ਜੀ ਅਖਬਾਰਾਂ ਪੜ੍ਹਦੇ ਰਹੋ, ਸੁਣਦੇ ਰਹਿੰਦੇ। ਸਮੇਂ ਸਮੇਂ ਦੀ ਗੱਲ ਹੈ। ਸੋ ਔਰੰਗਜ਼ੇਬ ਨੇ ਹੁਕਮ ਕਰਤਾ ਕਿ ਜਿਹੜਾ ਪਿਆਰ ਨਾਲ ਮੰਨਦਾ ਹੈ ਉਹਨੂੰ ਪਿਆਰ ਨਾਲ ਮੁਸਲਮਾਨ ਬਣਾ ਲਓ, ਜਿਹੜਾ ਕੋਈ ਲਾਲਚ ਨਾਲ ਮੰਨਦਾ ਉਹਨੂੰ ਲਾਲਚ ਦੇ ਦਿਓ, ਅਤੇ ਨਹੀਂ ਤਾਂ ਫਿਰ ਡਰਾ ਧਮਕਾ ਕੇ ਬਣਾ ਲਓ। ਇਸ ਲਈ ਲੋਕਾਂ 'ਤੇ ਜ਼ੋਰ ਜ਼ੁਲਮ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੇ ਵਿਦਵਾਨ ਲੋਕ ਹੁੰਦੇ ਨੇ, ਸਾਰੀਆਂ ਸਰਕਾਰਾਂ ਇਹਨਾਂ ਤੋਂ ਡਰਦੀਆਂ ਹਨ। ਹੁਣ ਦੀ ਕੇਂਦਰੀ ਸਰਕਾਰ ਵਿਦਵਾਨਾਂ ਤੋਂ ਡਰਦੀ ਹੈ। ਇਸ 80-90 ਵਿਦਵਾਨ 80-80 ਸਾਲਾਂ ਦੇ ਵਿਚਾਰੇ ਨੇ, ਉਹ ਫੜ ਕੇ ਅੰਦਰ ਕੀਤੇ ਹੋਏ ਨੇ ਵੀ ਹਾਂ ਤੁਸੀਂ ਸਰਕਾਰ ਦੇ ਵਿਰੁੱਧ ਕਿਉਂ ਲਿਖਦੇ ਹੋ। ਕਿਉਂ ਪਤਾ ਵਿਦਵਾਨਾਂ ਨੇ ਆਮ ਲੋਕਾਂ ਨੂੰ ਜਾਗਰਤ ਕਰਨਾ ਹੁੰਦਾ ਬਈ ਜਾਂ ਤਾਂ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਵੱਸ 'ਚ ਕਰ ਲਓ, ਪੈਸਿਆਂ ਨਾਲ ਖਰੀਦ ਲਓ। ਜਿਵੇਂ ਕਈਆਂ ਤਾਂ ਮੈਂ ਸੁਣਿਆ ਕਿ ਮੈਂ ਤਾਂ ਟੀਵੀ ਦੇ ਜਿਹੜਾ ਮੀਡੀਆ ਹੈ ਵੀ ਸਰਕਾਰ ਨੇ ਖਰੀਦਿਆ ਹੋਇਆ ਹੈ, ਉਹਨਾਂ ਦੀ ਬੋਲੀ ਬੋਲਦਾ, ਉਹਨਾਂ ਦੀ ਵਡਿਆਈ ਕਰਦਾ। ਹੁਣ ਸਭ ਤੋਂ ਵੱਧ ਵਿਦਵਾਨ ਬ੍ਰਾਹਮਣ ਮੰਨੇ ਜਾਂਦੇ ਉਦੋਂ, ਅਤੇ ਸਭ ਤੋਂ ਵੱਧ ਵਿਦਵਾਨ ਕਸ਼ਮੀਰ 'ਚ ਰਹਿੰਦੇ ਸਨ। ਇਸ ਲਈ ਉੱਥੇ ਜ਼ਿਆਦਾ ਜਿਹੜਾ ਹੈ ਜ਼ੁਲਮ ਹੋਣਾ ਸ਼ੁਰੂ ਹੋ ਗਿਆ। ਜਿਹੜੇ ਵਿਦਵਾਨ ਲੋਕ ਸਨ ਉਹ ਕੁਝ ਇਕੱਠੇ ਹੋ ਕੇ ਪੰਡਤ, ਅਮਰਨਾਥ ਦੀ ਗੁਫਾ ਆਪ ਜੀ ਨੂੰ ਪਤਾ, ਸ਼੍ਰੀਨਗਰ ਤੋਂ ਪਹਿਲਗਾਮ ਤੋਂ ਅੱਗੇ ਚੰਦਨਵਾੜੀ ਤੱਕ ਤਾਂ ਬੱਸਾਂ, ਟਰੱਕ, ਕਾਰਾਂ ਜਾਂਦੀਆਂ ਨੇ। ਉਦੋਂ ਅੱਗੇ ਜਿਹੜਾ 14 ਕਿਲੋਮੀਟਰ ਦਾ ਰਸਤਾ ਹੈ ਉਹ ਪਗਡੰਡੀ ਹੈ। ਇੱਕ ਪਾਸੇ ਹੇਠਾਂ ਡੂੰਘਾ ਦਰਿਆ ਅਤੇ ਦੂਜੇ ਪਾਸੇ ਉੱਚਾ ਪਹਾੜ ਹੈ। ਉਹ ਜਾਣਾ ਬਹੁਤ ਕਠਿਨ ਉੱਥੇ ਹੁਣ ਵੀ, ਉਦੋਂ ਤਾਂ ਹੋਰ ਵੀ ਕਠਿਨ ਹੁੰਦਾ ਹੋਣਾ। ਉੱਥੇ ਅਮਰਨਾਥ ਦੀ ਗੁਫਾ 'ਚ ਗਏ ਨੇ ਪੰਡਤ, ਅਤੇ ਸ਼ਿਵਜੀ ਮਹਾਰਾਜ, ਕਿ ਉੱਥੇ ਸ਼ਿਵਲਿੰਗ ਬਣਦਾ ਹੈ ਬਰਫ਼ ਨਾਲ, ਅਰਦਾਸ ਕਰਦੇ ਨੇ ਵੀ ਅਸੀਂ ਬੜੇ ਦੁਖੀ ਹਾਂ, ਸਾਡੀ ਬਾਂਹ ਫੜੋ। ਅਤੇ ਆਕਾਸ਼ਬਾਣੀ ਹੋਈ ਕਿ ਤੁਹਾਡੀ ਬਾਂਹ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਫੜ ਸਕਦੇ ਨੇ। ਇਸ ਵੇਲੇ ਅਨੰਦਪੁਰ ਸਾਹਿਬ 'ਚ ਰਹਿੰਦੇ ਨੇ, ਤੁਸੀਂ ਉਹਨਾਂ ਕੋਲ ਜਾਓ। ਇਸ ਲਈ 1675 ਈਸਵੀ ਦੇ ਸ਼ੁਰੂ 'ਚ ਉਹ ਜਿਹੜੇ ਪੰਡਤਾਂ ਦੇ ਡੈਪੂਟੇਸ਼ਨ ਉਹ ਆਏ ਨਵੇਂ ਪਾਤਸ਼ਾਹ ਕੋਲ।
ਗੋਬਿੰਦ ਰਾਏ ਜੀ ਉਦੋਂ 9 ਸਾਲਾਂ ਦੇ ਨੇ। ਉਹ ਕੁਦਰਤੀ ਬਾਹਰ ਗਏ ਹੋਏ ਸਨ ਅਤੇ ਪੰਡਤ ਆ ਗਏ ਨੇ, ਹੋਰ ਸੰਗਤ ਵੀ ਬੈਠੀ ਹੈ। ਉਹਨਾਂ ਆਪਣਾ ਦੁੱਖ ਦੱਸਿਆ। ਮੈਂ ਦੇਖਿਆ ਜਦੋਂ ਬਹੁਤ ਦੁੱਖ ਹੋਵੇ ਨਾ, ਦੁੱਖ ਦੱਸਦਿਆਂ ਹੋਇਆਂ ਵੀ ਬੰਦਾ ਰੋਈ ਜਾਂਦਾ, ਅੱਖਾਂ 'ਚ ਹੰਝੂ ਆ ਜਾਣਾ, ਕਿਉਂਕਿ ਦੁੱਖ ਨੂੰ ਦੱਸਣਾ ਵੀ ਬੜਾ ਔਖਾ ਹੁੰਦਾ। ਕਈ ਵਾਰ ਕੋਈ ਅਰਦਾਸ ਕਰਾਉਣ ਹੁੰਦੀਆਂ ਬੀਬੀਆਂ, ਅੱਖਾਂ ਭਰ ਲੈਂਦੀਆਂ ਨੇ, ਕਈ ਉੱਥੇ ਰੋ ਰਹੀਆਂ ਹੁੰਦੀਆਂ ਜਦੋਂ ਆਪਣਾ ਕੋਈ ਦੁੱਖ ਦੱਸ ਰਹੀਆਂ ਹੁੰਦੀਆਂ ਹਨ। ਜਦੋਂ ਆਪਣਾ ਦੁੱਖ ਦੱਸਿਆ ਹੈ, ਗੁਰੂ ਮਹਾਰਾਜ ਵੀ ਗੰਭੀਰ ਹੋ ਗਏ ਨੇ, ਸਾਰੀ ਸੰਗਤ ਗੰਭੀਰ ਹੋ ਗਈ ਹੈ। ਸੋਚ ਰਹੇ ਨਵੇਂ ਪਾਤਸ਼ਾਹ ਵੀ ਕੀ ਹੱਲ ਹੋ ਸਕਦਾ ਹੈ। ਇਹਨੇ 'ਚ ਇਹਨੂੰ ਗੋਬਿੰਦ ਰਾਏ ਜੀ ਬਾਹਰੋਂ ਆ ਗਏ ਨੇ। ਦੇਖਦੇ ਨੇ ਵੀ ਸਾਰੇ ਗਮਗੀਨ ਨੇ, ਗੁਰੂ ਮਹਾਰਾਜ ਜੀ ਗੰਭੀਰ ਨੇ, ਕੁਝ ਲੋਕ ਰੋ ਰਹੇ ਹਨ। ਦਸਵੇਂ ਪਾਤਸ਼ਾਹ ਆਪਣੇ ਪਿਤਾ ਨੂੰ ਪੁੱਛਦੇ, ਪਿਤਾ ਜੀ ਵੀ ਇਹ ਰੋ ਕਿਉਂ ਰਹੇ ਨੇ? ਉਹਨਾਂ ਸਾਰੀ ਗੱਲ ਦੱਸੀ ਵੀ ਆਹ ਗੱਲ ਹੈ। ਫਿਰ ਕਹਿੰਦੇ ਜੀ ਇਹਨਾਂ ਦਾ ਕੀ ਹੱਲ ਹੈ? ਨੌਵੇਂ ਪਾਤਸ਼ਾਹ ਕਹਿੰਦੇ, ਪੁੱਤਰ ਜੀ ਕੋਈ ਮਹਾਨ ਆਤਮਾ ਬਲੀਦਾਨ ਦੇਵੇ, ਪਾਪ ਸ਼ਹੀਦੀ ਦੇਵੇ, ਤਾਂ ਇਹਨਾਂ ਦਾ ਦੁੱਖ ਦੂਰ ਹੋ ਸਕਦਾ ਹੈ। ਅਤੇ 9 ਸਾਲ ਦਾ ਬੱਚਾ ਗੋਬਿੰਦ ਰਾਏ ਜੀ ਕਹਿੰਦੇ, ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਹੋਰ ਕਿਹੜੀ ਹੋ ਸਕਦੀ ਹੈ? ਤੁਸੀਂ ਹੀ ਸ਼ਹੀਦੀ ਦਿਓ। ਦੇਖੋ 9 ਸਾਲ ਦੀ ਉਮਰ ਹੈ, ਕਿਆ ਸੋਚ ਹੈ। ਬੱਚਾ ਆਪਣੇ ਪਿਤਾ ਨੂੰ ਸ਼ਹੀਦੀ ਲਈ ਤੋਰਿਆ ਹੈ। ਦਸਵੇਂ ਪਾਤਸ਼ਾਹ ਨੇ ਸੋਚਿਆ ਮੇਰਾ ਪੁੱਤਰ ਮੇਰੇ ਜਾਣ ਤੋਂ ਬਾਅਦ, ਕਿ ਉਹਨੂੰ ਪਤਾ ਸੀ ਉੱਥੇ ਸ਼ਹੀਦ ਹੀ ਹੋਣਾ, ਵੀ ਇਹ ਕੌਮ ਦੀ ਅਗਵਾਈ ਕਰ ਸਕਦਾ ਹੈ। ਇਸ ਲਈ ਉਹ ਮਗਰੋਂ ਡਿਊਟੀ ਲਾ ਗਏ ਕਿ ਸਾਡੇ ਸ਼ਹੀਦ ਹੋਣ ਤੋਂ ਬਾਅਦ ਇਹ ਗੋਬਿੰਦ ਰਾਏ ਨੂੰ ਗੁਰਗੱਦੀ ਦਾ ਤਿਲਕ ਲਾਉਣਾ। ਨੌਵੇਂ ਪਾਤਸ਼ਾਹ ਚਲੇ ਗਏ ਨੇ ਦਿੱਲੀ, ਉਹਨਾਂ ਦੀ ਸ਼ਹੀਦੀ ਹੋ ਗਈ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਨਾਲ ਸਨ, ਉਹ ਵੀ ਸ਼ਹੀਦ ਕਰ ਦਿੱਤੇ ਗਏ। ਦਸਮ ਪਾਤਸ਼ਾਹ ਨੇ ਸੋਚਿਆ ਵੀ ਪੰਚਮ ਪਾਤਸ਼ਾਹ ਨੂੰ ਇਹਨਾਂ ਲੋਕਾਂ ਨੇ ਸ਼ਹੀਦ ਕਰਤਾ ਉਸ ਵੇਲੇ ਰਾਜੇ ਨੇ, ਪਰ ਨਾ ਸ਼ਹੀਦੀ ਨਾਲ ਇਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਹੋਇਆ। ਫਿਰ ਛੇਵੇਂ ਪਾਤਸ਼ਾਹ ਨੂੰ ਹਥਿਆਰ ਚੱਕਣੇ ਪਏ। ਨੌਵੇਂ ਪਾਤਸ਼ਾਹ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਪਰ ਇਹਨਾਂ ਲੋਕਾਂ 'ਤੇ ਕੋਈ ਅਸਰ ਨਹੀਂ ਹੋਇਆ। ਇਸ ਲਈ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਹਿਤਾ ਵੀ ਤੁਹਾਡੇ ਜਿਹੜੇ ਨੌਜਵਾਨ ਹਨ, ਅਸੀਂ ਫੌਜ ਤਿਆਰ ਕਰਨੀ, ਭਰਤੀ ਹੋਵੋ। ਅਨੰਦਪੁਰ ਸਾਹਿਬ ਕਿਲ੍ਹੇ ਬਣਨੇ ਸ਼ੁਰੂ ਹੋ ਗਏ, ਹਥਿਆਰਾਂ ਦਾ ਕਾਰਖਾਨਾ ਲੱਗਿਆ ਹੈ, ਫੌਜੀ ਟ੍ਰੇਨਿੰਗ ਸਿੱਖਾਂ ਨੂੰ ਦਿੱਤੀ ਜਾ ਰਹੀ ਹੈ, ਨਗਾਰਾ ਤਿਆਰ ਹੋ ਗਿਆ ਹੈ, ਕਿਉਂਕਿ ਜੋਸ਼ ਭਰਨ ਲਈ ਤਿਆਰੀ ਲਈ ਨਗਾਰਾ ਵਜਾਇਆ ਕਰਦੇ, ਜਿਹਨੂੰ ਵੱਡਾ ਸਾਰਾ ਢੋਲ ਕਹਿੰਦੇ। ਨਿਸ਼ਾਨ ਸਾਹਿਬ ਤਿਆਰ ਕੀਤਾ ਹੈ। ਇਸ ਤਰ੍ਹਾਂ ਨਾਲੇ ਧਰਮ ਦਾ ਪ੍ਰਚਾਰ ਹੋ ਰਿਹਾ ਹੈ, ਨਾਲੇ ਤਿਆਰੀਆਂ ਹੋ ਰਹੀਆਂ ਹਨ। ਜਿਹੜਾ ਮੇਦਨੀ ਪ੍ਰਕਾਸ਼ ਸੀ, ਜਿਹਨੂੰ ਅੱਜ ਕੱਲ੍ਹ ਪਾਉਂਟਾ ਸਾਹਿਬ ਕਹਿੰਦੇ ਨੇ, ਇਸ ਇਲਾਕੇ 'ਚ ਤਾਂ ਸਾਰਾ ਉਹਦਾ ਰਾਜ ਸੀ। ਮੇਦਨੀ ਪ੍ਰਕਾਸ਼ ਨੇ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਇਲਾਕੇ 'ਚ ਆ ਕੇ ਰਹੋ। ਦਸਮ ਪਾਤਸ਼ਾਹ ਆਪਣੇ ਕੁਝ ਸਿੱਖਾਂ ਨੂੰ ਲੈ ਕੇ, ਨਾਲ 52 ਕਵੀਆਂ ਨੂੰ ਲੈ ਕੇ ਜਮਨਾ ਨਦੀ ਦੇ ਕੰਢੇ 'ਤੇ, ਜਿੱਥੇ ਅੱਜ ਕੱਲ੍ਹ ਪਾਉਂਟਾ ਸਾਹਿਬ ਵਸਿਆ ਹੋਇਆ ਹੈ, ਇੱਥੇ ਠਹਿਰੇ ਨੇ। ਰਾਜੇ ਨੇ ਬੜਾ ਆਦਰ ਮਾਣ ਸਤਿਕਾਰ ਦਿੱਤਾ, ਹਰ ਪ੍ਰਕਾਰ ਦੀ ਸਹੂਲਤ ਦਿੱਤੀ ਹੈ, ਬੜੀ ਖੁਸ਼ੀ ਮਨਾਈ ਹੈ। ਗੁਰੂ ਮਹਾਰਾਜ ਨੇ ਮੇਰੇ ਇਲਾਕੇ ਚਰਨ ਪਾਏ। ਗੁਰੂ ਮਹਾਰਾਜ ਨੇ ਉੱਥੇ ਵੀ ਕਿਲ੍ਹਾ ਬਣਾਉਣਾ ਸ਼ੁਰੂ ਕਰਤਾ, ਕਿ ਗੁਰੂ ਨੂੰ ਪਤਾ ਲੱਗਾ ਇਹ ਜਿਹੜੇ ਨੇ ਪਹਾੜੀ ਰਾਜੇ,
ਇਹਨਾਂ ਨੂੰ ਚੰਗਾ ਨਹੀਂ ਲੱਗਾ ਸਾਡਾ ਇੱਥੇ ਆਉਣਾ। ਇਹਨਾਂ ਨੂੰ ਖਤਰਾ ਹੈ ਕਿ ਮੇਦਨੀ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਨਾਲ ਰਲ ਕੇ ਸਾਡੇ ਤੋਂ ਕਿਤੇ ਰਾਜ ਨਾ ਖੋਲ੍ਹਣ। ਇਸ ਲਈ ਉਹਨਾਂ ਨੇ ਵੀ ਤਿਆਰੀ ਕਰਨੀ ਸ਼ੁਰੂ ਕਰਤੀ ਹੈ। ਰਾਜਾ ਨੇ ਸੋਚਿਆ ਕਿ ਬਜਾਏ ਇਸ ਦੇ ਕਿ ਇੱਥੇ ਜ਼ਿਆਦਾ ਸ਼ਕਤੀ ਵੱਧ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਅਚਾਨਕ ਹੀ ਹਮਲਾ ਕਰ ਦਿਓ। ਪਾਉਂਟਾ ਸਾਹਿਬ ਦੇ ਕੁਝ ਦੂਰੀ 'ਤੇ ਭੰਗਾਣੀ ਪਿੰਡ ਸੀ। ਉਸ ਭੰਗਾਣੀ ਦੇ ਸਥਾਨ 'ਤੇ ਲੜਾਈ ਹੋਈ ਹੈ ਦਸਮ ਪਾਤਸ਼ਾਹ ਦੀ ਪਹਾੜੀ ਰਾਜਾ ਨਾਲ। ਪਹਾੜੀ ਰਾਜੇ ਕਈ ਸਨ, ਦਸਮ ਪਾਤਸ਼ਾਹ ਕੋਲ ਥੋੜ੍ਹੀ ਜਿਹੀ ਫੌਜ ਸੀ, ਪਰ ਦਸਮ ਪਾਤਸ਼ਾਹ ਦੀ ਜਿੱਤ ਹੋ ਗਈ, ਪਹਾੜੀ ਰਾਜੇ ਹਾਰ ਗਏ। ਪਰ ਗੁਰੂ ਮਹਾਰਾਜ ਨੇ ਹਾਰੇ ਹੋਏ ਰਾਜਿਆਂ ਦਾ ਰਾਜ ਖੋਹ ਕੇ ਆਪ ਰਾਜ ਨਹੀਂ ਕੀਤਾ, ਕਿਉਂਕਿ ਜੇ ਆਪ ਰਾਜ ਕਰਨ ਦੀ ਇੱਛਾ ਹੋਵੇ ਤਾਂ ਮੈਂ ਦੇਖਿਆ ਰਾਜੇ ਦੂਜਿਆਂ 'ਤੇ ਕਮਜ਼ੋਰਾਂ 'ਤੇ ਹਮਲਾ ਕਰਦੇ ਨੇ। ਜਦੋਂ ਰਾਜਿਆਂ ਨੂੰ ਰਾਜ ਕਰਨ ਦਾ ਸ਼ੌਕ ਹੋਵੇ ਨਾ, ਫਿਰ ਇਹ ਆਪ ਹਮਲਾ ਕਰਿਆ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਇਤਿਹਾਸ ਕਹਿੰਦਾ ਕਿ 14 ਲੜਾਈਆਂ ਗੁਰੂ ਮਹਾਰਾਜ ਨੂੰ ਲੜਨੀਆਂ ਪਈਆਂ, ਪਰ ਉਹਨਾਂ ਨੇ ਪਹਿਲਾਂ ਕਿਸੇ 'ਤੇ ਹਮਲਾ ਨਹੀਂ ਕੀਤਾ, ਨਾ ਹੀ ਉਹਨਾਂ ਦੀ ਕੋਈ ਰਾਜ ਕਰਨ ਦੀ ਇੱਛਾ ਸੀ। ਫਿਰ ਗੁਰੂ ਮਹਾਰਾਜ ਸੋਚਿਆ ਵੀ ਇੱਥੇ ਵੀ ਰਹਿਣ ਦਾ ਕੋਈ ਫਾਇਦਾ ਨਹੀਂ, ਅਸ਼ਾਂਤੀ ਹੋ ਗਈ ਹੈ, ਕੀ ਫਾਇਦਾ। ਗੁਰੂ ਮਹਾਰਾਜ ਵਾਪਸ ਅਨੰਦਪੁਰ ਸਾਹਿਬ ਆ ਗਏ। ਇੱਥੇ ਰਹਿੰਦੇ ਆ, ਜੰਗੀ ਤਿਆਰੀ ਉਸੇ ਤਰ੍ਹਾਂ ਨਾਲ ਹੋ ਰਹੀ ਹੈ, ਕਿਉਂਕਿ ਅੱਜ 2-4 ਨੇ ਕੀਤੇ, ਕੱਲ੍ਹ ਨੂੰ 22 ਦੇ 22 ਰਲ ਕੇ ਵੀ ਕਰ ਸਕਦੇ ਹਨ। ਗੁਰੂ ਮਹਾਰਾਜ ਵੀ ਤਿਆਰੀ ਨਾਲ ਆਪਣੇ ਧਰਮ ਦਾ ਪ੍ਰਚਾਰ ਤਾਂ ਉਹਨਾਂ ਕਰਨਾ ਹੀ ਕਰਨਾ ਸੀ, ਜਿਸ ਕੰਮ ਉਹ ਆਏ ਹੋਏ ਸਨ। ਪਰ ਉਹਨਾਂ ਨਾਲ ਦਸਵੇਂ ਪਰਮਾਤਮਾ ਹੁਕਮ ਵੀ ਸੀ, ਕਬੁੱਧ ਕਰਨ 'ਤੇ ਲੋਕ ਹਟਾਏ, ਵੀ ਜਿਹੜੇ ਭੈੜੇ ਕੰਮ ਕਰਦੇ ਹਨ ਉਹਨਾਂ ਨੂੰ ਭੈੜੇ ਕੰਮਾਂ ਤੋਂ ਹਟਾਓ। ਅਨੰਦਪੁਰ ਸਾਹਿਬ ਰਹਿ ਰਹੇ ਨੇ। 1698 ਈਸਵੀ 'ਚ 2 ਵਿਦਵਾਨ ਪੰਡਤ ਉਹਨਾਂ ਕੋਲ ਆਏ, ਕਹਿੰਦੇ ਜੀ ਤੁਹਾਡੀ ਮੁਗਲਾਂ ਨਾਲ ਅਤੇ ਪਹਾੜੀ ਰਾਜਿਆਂ ਨਾਲ ਲੜਾਈ ਹੁੰਦੀ ਰਹਿੰਦੀ ਹੈ, ਅਸੀਂ ਦੇਵੀ ਪ੍ਰਗਟ ਕਰ ਦਿੰਦੇ ਹਾਂ, ਉਹ ਤੁਹਾਡੀ ਲੜਾਈ 'ਚ ਸਹਾਇਤਾ ਕਰੇਗੀ। ਗੁਰੂ ਮਹਾਰਾਜ ਕਹਿੰਦੇ ਕਿ 1000 ਸਾਲ ਹੋ ਗਿਆ ਹੈ ਭਾਰਤ ਨੂੰ ਗੁਲਾਮ ਹੋਇਆ, ਅੱਜ ਤੱਕ ਕਿਸੇ ਦੇਵੀ ਪ੍ਰਗਟ ਹੀ ਕੀਤੀ ਨਹੀਂ। ਜੇ ਤੁਸੀਂ ਦੇਵੀਆਂ ਪ੍ਰਗਟ ਕਰਨ ਜੋਗੇ ਹੁੰਦੇ ਤਾਂ ਫਿਰ ਗੁਲਾਮ ਕਿਉਂ ਹੁੰਦੇ, ਕਰ ਲੈਂਦੇ ਪਹਿਲਾਂ ਪ੍ਰਗਟ। ਉਹ ਨਹੀਂ ਜੀ, ਕਿਸੇ ਨੂੰ ਸੁਝਿਆ ਨਹੀਂ ਹੋਣਾ ਜਾਂ ਕਿਸੇ ਕੋਲ ਸ਼ਕਤੀ ਨਹੀਂ ਹੋਣੀ, ਅਸੀਂ ਦੇਵੀ ਪ੍ਰਗਟ ਕਰ ਦਿੰਦੇ ਹਾਂ, ਉਹ ਤੁਹਾਡੀ ਸਹਾਇਤਾ ਕਰੇਗੀ। ਗੁਰੂ ਮਹਾਰਾਜ ਪਤਾ ਸੀ ਪਖੰਡ ਹੈ, ਕਿਸੇ ਦੇਵੀ ਨੇ ਪ੍ਰਗਟ ਨਹੀਂ ਹੋਣਾ। ਪਰ ਚਲੋ ਗੁਰੂ ਮਹਾਰਾਜ ਜੀ ਵੇਖ ਹੀ ਲਈਏ। ਉਹਨਾਂ ਰਸਦ ਲਿਖਾ ਤੇ ਵੀ ਇੰਨੀ ਰਸਦ ਚਾਹੀਦੀ ਹੈ। ਜਿੱਥੇ ਨੈਣਾ ਦੇਵੀ ਦਾ ਪਹਾੜ ਹੈ ਨਾ, ਇੱਥੇ ਉਹਨਾਂ ਹਵਨ ਕਰਨਾ ਸ਼ੁਰੂ ਕਰ ਦਿੱਤਾ। ਕਈ ਮਹੀਨੇ ਲੰਘ ਗਏ, ਉਹ ਗੁਰੂ ਮਹਾਰਾਜ ਕੇ ਭਾਈ ਤੁਹਾਡੀ ਦੇਵੀ ਪ੍ਰਗਟ ਨਹੀਂ ਹੋਈ, ਨਾ ਖਰਚਾ ਸਾਡਾ ਕਰਾ ਤਾ। ਭਾਜੀ ਹੋਣ ਹੀ ਵਾਲੀ ਬਸ, 8 ਮਹੀਨੇ ਲੰਘ ਗਏ। ਗੁਰੂ ਮਹਾਰਾਜ ਚੜਿਆ ਗੁੱਸਾ, ਕਹਿੰਦੇ ਕੱਲ੍ਹ ਨੂੰ ਦੇਵੀ ਪ੍ਰਗਟ ਕਰ ਦਿਓ, ਨਹੀਂ ਤਾਂ ਦੇਖ ਲਓ। ਫਿਰ ਅਗਲੇ ਦਿਨ ਦਸਵੇਂ ਪਾਤਸ਼ਾਹ ਫਿਰ ਗਏ, ਕਹਿੰਦੇ ਦੇਵੀ ਨੇ ਪ੍ਰਗਟ ਕੀਤੀ ਤੁਸੀਂ? ਕਹਿੰਦੇ ਜੀ ਰਾਤੀ ਦੇਵੀ ਨੇ ਦਰਸ਼ਨ ਦਿੱਤੇ ਸਨ ਸਾਨੂੰ। ਉਹ ਕਹਿੰਦੇ ਕਿਸੇ ਪਵਿੱਤਰ ਆਤਮਾ ਦੀ ਬਲੀ ਚਾਹੀਦੀ ਹੈ। ਦਸਮ ਪਾਤਸ਼ਾਹ ਕਹਿੰਦੇ ਪੰਡਤ ਜੀ ਤੁਹਾਨੂੰ 8 ਮਹੀਨੇ ਹੋ ਗਏ ਹਵਨ ਕਰਦਿਆਂ, ਤੁਹਾਡੇ ਤੋਂ ਹੋਰ ਪਵਿੱਤਰ ਆਤਮਾ ਹੁਣ ਕੌਣ ਹੋਵੇਗੀ, ਤੁਹਾਡੀ ਇਹ ਸਵੇਰੇ ਬਲੀ ਦੇ ਦਿੰਦੇ ਹਾਂ। ਰਾਤੇ ਰਾਤ ਆਪਣੀ ਟਿੰਡ ਫੋੜੀ ਚੱਕ ਕੇ ਪੰਡਤ ਭੱਜ ਗਏ। ਗੁਰੂ ਮਹਾਰਾਜ ਕਿਹਾ ਦੱਸੇ ਜੀ ਪੰਡਤਾਂ ਰਾਤੇ ਰਾਤੀ ਪੱਤਰ ਵਾਚ ਗਏ ਨੇ। ਗੁਰੂ ਮਹਾਰਾਜ ਸਿੰਘ ਲਏ ਸਾਰੇ ਨਾਲ, ਕਹਿੰਦੇ ਵੀ ਜਿੰਨੀ ਸਮੱਗਰੀ ਬਚੀ ਹੈ ਨਾ ਸਾਰੀ ਅੱਗ ਛੱਡ ਦਿਓ,
ਜਦੋਂ ਇਕੱਠੀ ਸਾਰੀ ਸਮੱਗਰੀ ਅੱਗ ਸੁੱਟੀ ਤਾਂ ਦੂਰ ਦੂਰ ਤੱਕ ਲਾਈਟ ਹੋ ਗਈ। ਲੋਕਾਂ ਸਮਝਿਆ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਦਸਮ ਪਾਤਸ਼ਾਹ ਨੇ ਮਿਆਨ ਦੇ ਵਿੱਚ ਆਪਣੇ ਸ਼੍ਰੀ ਸਾਹਿਬ ਕੱਢੇ, ਤਲਵਾਰ ਕੱਢੀ, ਕਹਿੰਦੇ ਸਾਡੀ ਇਹੀ ਦੇਵੀ ਹੈ, ਅਸੀਂ ਇਸ ਤਲਵਾਰ ਨਾਲ ਹੀ ਦੁਸ਼ਮਣਾਂ ਦਾ ਨਾਸ਼ ਕਰਨਾ ਹੈ। ਫਿਰ ਉਹਨਾਂ ਫੈਸਲਾ ਕਰ ਲਿਆ ਕਿ ਸਾਰੀ ਕੌਮ ਨੂੰ ਹੀ ਹਥਿਆਰਬੰਦ ਕਰ ਦਿੱਤਾ ਜਾਵੇ ਤਾਂ ਜੇ ਆਪਣੀ ਰੱਖਿਆ ਆਪ ਕਰ ਸਕਣ। ਇਸ ਲਈ 1699 ਈਸਵੀ ਨੂੰ ਉਹਨਾਂ ਨੇ ਜਿਹੜੇ ਮਸੰਦ ਸਨ, ਜਿਹੜੇ ਦਸਵੰਧ ਇਕੱਠਾ ਕਰਕੇ ਗੁਰੂ ਘਰ ਭੇਜਿਆ ਕਰਦੇ ਸਨ, ਜਿਹੜੇ ਧਰਮ ਦਾ ਪ੍ਰਚਾਰ ਆਪਣੇ ਇਲਾਕੇ 'ਚ ਕਰਿਆ ਕਰਦੇ ਸਨ, ਜਿਵੇਂ ਤੀਸਰੇ ਪਾਤਸ਼ਾਹ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਭਾਵ ਸਿੱਖੀ ਦੇ ਪ੍ਰਚਾਰ ਲਈ ਸਾਰੇ ਹਿੰਦੁਸਤਾਨ 22 ਕੇਂਦਰ ਬਣਾਏ। ਉਹ ਜਿਹੜੇ ਕੇਂਦਰ ਦੇ ਮੁਖੀਆ ਹੁੰਦੇ ਸਨ ਉਹਨਾਂ ਨੂੰ ਕਹਿੰਦੇ ਸੀ ਮਸੰਦ, ਅਤੇ ਉਹਨਾਂ ਦੀ ਡਿਊਟੀ ਸੀ ਵੀ ਸਾਉਣੀ ਹਾੜੀ ਵੇਲੇ ਤੁਸੀਂ ਜਿਹੜਾ ਹੈ ਜੋ ਲੋਕ ਰਸਦ ਪਾਣੀ ਦਿਆ ਕਰਨ ਉਹਨੂੰ ਵੇਚ ਕੇ ਪੈਸੇ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਕਰੋ, ਜਾਂ ਜਿੱਥੇ ਉਸ ਵੇਲੇ ਗੁਰੂ ਰਹਿੰਦੇ ਸਨ ਉੱਥੇ ਪਹੁੰਚਣਾ, ਨਾਲ ਧਰਮ ਦਾ ਪ੍ਰਚਾਰ ਕਰਨਾ। ਉਹਨਾਂ ਰਾਹੀਂ ਗੁਰੂ ਮਹਾਰਾਜ ਨੇ ਸੁਨੇਹੇ ਭੇਜਦੇ ਸਾਰੇ ਹਿੰਦੁਸਤਾਨ 'ਚ ਕਿ ਤੁਸੀਂ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚਣਾ ਹੈ। ਇਹ ਨਹੀਂ ਕਿਸੇ ਨੂੰ ਪਤਾ ਵੀ ਕਿਉਂ ਸੱਦੇ ਨੇ, ਕਿਉਂ ਸੱਦੇ, ਇਹ ਕਿਸੇ ਨੂੰ ਨਹੀਂ ਪਤਾ। ਈਵਨ ਘਰ ਦੇ ਕਿਸੇ ਜੀਅ ਨੂੰ ਵੀ ਨਹੀਂ ਸੀ ਪਤਾ, ਨਹੀਂ ਤਾਂ ਕਈ ਵਾਰੀ ਗੱਲ ਲੀਕ ਆਊਟ ਹੋ ਜਾਂਦੀ ਹੋਗੀ, ਕਿਸੇ ਨੂੰ ਕੋਈ ਪਤਾ ਨਹੀਂ ਵੀ ਗੁਰੂ ਮਹਾਰਾਜ ਨੇ ਕਿਉਂ ਸਪੈਸ਼ਲ ਇਕੱਠ ਕੀਤਾ ਹੈ। ਔਰੰਗਜ਼ੇਬ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਿਸ਼ੇਸ਼ ਇਕੱਠ ਵਿਸਾਖੀ ਨੂੰ ਕਰ ਰਹੇ ਹਨ। ਉਹਨੇ ਵੀ ਆਪਣੇ ਇੱਕ ਬੰਦੇ ਨੂੰ, ਮੁਸਲਮਾਨ ਨੂੰ, ਹਿੰਦੂਆਂ ਵਾਲਾ ਪਹਿਰਾਵਾ ਪਵਾ ਕੇ ਭੇਜਿਆ ਕਿ ਤੂੰ ਉੱਥੇ ਜਾ ਕੇ ਮਾਲੀ ਬਣ, ਮਾਲੀ ਬਣ ਕੇ ਫਿਰ ਉੱਥੇ ਸੂਹ ਲਿਆ ਕਰ ਅਤੇ ਮੈਨੂੰ ਚਿੱਠੀ ਲਿਖਿਆ ਕਰਨੀ ਹੈ ਵੀ ਆਹ ਹੋ ਰਿਹਾ, ਆਹ ਹੋ ਰਿਹਾ, ਆਹ ਹੋ ਰਿਹਾ ਹੈ। ਵਿਸਾਖੀ ਨੂੰ ਬਹੁਤ ਇਕੱਠ ਹੋ ਗਿਆ ਹੈ। ਕਿਸੇ ਇਤਿਹਾਸ ਦੀ ਕਿਤਾਬ 'ਚ ਲਿਖਿਆ 60,000, ਕਿਸੇ ਕਿਤਾਬ 'ਚ ਲਿਖਿਆ 80,000, ਕਹਿਣ ਦਾ ਭਾਵ ਬਹੁਤ ਇਕੱਠ ਹੋ ਗਿਆ, ਕਿਉਂਕਿ ਉਦੋਂ 60-70,000 ਦਾ ਇਕੱਠ ਬੜੀ ਵੱਡੀ ਗੱਲ ਹੁੰਦੀ ਸੀ। ਹੁਣ ਤਾਂ ਭਾਰਤ ਦੀ 130 ਕਰੋੜ ਤੋਂ ਵੱਧ ਆਬਾਦੀ ਹੈ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਦੋਂ ਸਾਰਾ ਪਾਕਿਸਤਾਨ, ਸਾਰਾ ਬੰਗਲਾਦੇਸ਼, ਸਾਰਾ ਅੱਜ ਦਾ ਹਿੰਦੁਸਤਾਨ, ਸਾਰੇ ਨੂੰ ਮਿਲਾ ਕੇ ਕੁੱਲ 6 ਕਰੋੜ ਆਬਾਦੀ ਸੀ ਉਦੋਂ। ਅਤੇ ਉਹਦੇ ਸਿੱਖਾਂ ਦੀ ਕਿੰਨੀ ਕੁ ਹੋਣੀ ਹੈ? 1-2 ਲੱਖ ਹੋਵੇਗੀ, ਹੋਰ ਕਿੰਨੇ ਕੁ ਹੋਣਗੇ? ਸੋ ਬਹੁਤ ਇਕੱਠ ਹੋ ਗਿਆ, ਬੜੀ ਵੱਡੀ ਸਟੇਜ ਲੱਗੀ ਹੈ, ਬੜਾ ਪ੍ਰਬੰਧ ਹੈ, ਟੈਂਟ ਲੱਗੇ ਹੋਏ ਨੇ, ਲੰਗਰ ਪਾਣੀ ਦੇ ਸਭ ਪ੍ਰਬੰਧ ਕੀਤੇ ਹੋਏ ਹਨ। ਪਹਿਲਾਂ ਕੀਰਤਨੀ ਆਪਣਾ ਕੀਰਤਨ ਕਰਦੇ ਰਹੇ, ਉਹਦੇ ਬਾਅਦ ਫਿਰ ਗੁਰੂ ਮਹਾਰਾਜ ਸ਼੍ਰੀ ਸਾਹਿਬ ਲੈ ਕੇ, ਕਿ ਉਹ ਤਾਂ ਹਰ ਵਕਤ ਹੀ ਕੋਲ ਰੱਖਦੇ ਸੀ, ਸਟੇਜ 'ਤੇ ਆ ਗਏ ਨੇ। ਸੰਗਤ ਨੇ ਬੜੇ ਜਕਾਰੇ ਛੱਡੇ, ਬੜੀ ਖੁਸ਼ੀ ਮਨਾਈ ਵੀ ਗੁਰੂ ਮਹਾਰਾਜ ਦੇ ਦਰਸ਼ਨ ਸਾਨੂੰ ਹੋਏ ਨੇ। ਅਤੇ ਇਸ ਉਡੀਕ 'ਚ ਨੇ ਵੀ ਸਾਨੂੰ ਸਪੈਸ਼ਲ ਸੱਦਿਆ, ਦੇਖੋ ਗੁਰੂ ਮਹਾਰਾਜ ਸਾਨੂੰ ਅੱਜ ਕੀ ਬਖਸ਼ਿਸ਼ਾਂ ਕਰਦੇ ਨੇ। ਸਿੱਖ ਤਾਂ ਇਹੀ ਉਮੀਦ ਕਰਦੇ ਨਾ ਵੀ ਗੁਰੂ ਮਹਾਰਾਜ ਤਾਂ ਸਾਨੂੰ, ਸਾਡੇ 'ਤੇ ਕੋਈ ਬਖਸ਼ਿਸ਼ ਹੋਵੇਗੀ, ਸਾਡੀ ਝੋਲੀਆਂ ਭਰਨਗੇ, ਸਾਨੂੰ ਸਪੈਸ਼ਲ ਸੱਦਿਆ ਹੈ। ਅਤੇ ਤੁਹਾਨੂੰ ਪਤਾ ਫਿਰ ਗੁਰੂ ਮਹਾਰਾਜ ਨੇ ਸਟੇਜ 'ਤੇ ਖੜ੍ਹੇ ਹੋ ਗਏ ਨੇ, ਸ਼੍ਰੀ ਸਾਹਿਬ ਨੰਗੀ ਕਰਕੇ ਕਹਿੰਦੇ ਸਾਨੂੰ ਇੱਕ ਸਿਰ ਦੀ ਲੋੜ ਹੈ। ਉਹ ਬਖਸ਼ਾਂ ਲੈਣ ਆਏ ਉਮੀਦ ਲੈ ਕੇ, ਅਤੇ ਅੱਗੇ ਮੰਗ ਕੀਤੀ ਜਾਏ, ਸਨਾਟਾ ਛਾ ਗਿਆ, ਲੋਕਾਂ ਨੂੰ ਸੁੱਝ ਨਹੀਂ ਰਿਹਾ। ਜਦੋਂ ਉਮੀਦ ਤੋਂ ਕੋਈ ਗੱਲ ਉਲਟੀ ਹੋ ਜਾਏ, ਬੰਦਾ ਸੱਚੀ ਪੈਂਦਾ।
ਇੱਕ ਵਾਰ ਜਿਵੇਂ 75 ਜਾਂਦੇ ਸੰਗਤ ਐਂ ਹੋ ਗਿਆ ਵੀ ਹੈ ਆਹ ਕੀ ਕਹਿੰਦੇ ਸਾਨੂੰ ਇੱਕ ਸਿਰ ਦੀ ਲੋੜ ਹੈ, ਆਓ ਕੋਈ ਅੱਗੇ। ਤੇ ਭਾਈ ਦਇਆ ਚੰਦ ਉਹ ਉੱਠੇ ਨੇ ਲਾਹੌਰ ਦੇ, ਕਹਿੰਦੇ ਜੀ ਮੇਰਾ ਸਿਰ ਹਾਜ਼ਰ ਹੈ। ਉਹ ਜਿਹੜਾ ਖੁਫੀਆ ਬੰਦਾ ਆਇਆ ਸੀ ਨਾ, ਔਰੰਗਜ਼ੇਬ ਨੇ ਜਿਹੜਾ ਭੇਜਿਆ ਸੀ, ਕਹਿੰਦਾ ਮੈਂ ਟੈਂਟ ਦੇ ਬਾਹਰਲੇ ਪਾਸੇ ਘਾਹ ਖੋਤ ਰੱਖਿਆ ਕਿਆਰੀਆਂ 'ਚੋਂ, ਕਿਉਂਕਿ ਮੈਂ ਮਾਲੀ ਲੱਗਾ ਹੋਇਆ ਸੀ ਉੱਥੇ। ਕਹਿੰਦੇ ਗੁਰੂ ਮਹਾਰਾਜ ਨੇ ਉਹਨੂੰ ਬਾਂਹ ਤੋਂ ਫੜਿਆ, ਸਟੇਜ 'ਤੇ ਲੈ ਗਏ ਉੱਪਰ। ਕਹਿੰਦੇ ਉਹਨਾਂ ਨੇ ਨਾ ਆਪਣੀ ਤਲਵਾਰ ਦੇ ਨਾਲ ਉਸ ਬੰਦੇ ਦਾ ਸਿਰ ਉੱਥੇ ਹੀ ਲਾ ਤਾ। ਆਪਣੇ ਤਾਂ ਲਿਖਿਆ ਨਾ ਵੀ ਉਹਨੂੰ ਪਰ ਤੰਬੂ 'ਚ ਲੈ ਗਏ ਅਤੇ ਠੱਕ ਦੀ ਆਵਾਜ਼ ਆਈ। ਜੋ ਉਹਨੇ ਰਿਪੋਰਟ ਦਿੱਲੀ ਭੇਜੀ, ਉਹ ਰਿਪੋਰਟ ਬਾਅਦ ਦੇ ਵਿੱਚ ਮਿਲ ਗਈ ਹੈ ਵੀ ਉਹਨੇ ਕੀ ਰਿਪੋਰਟ ਭੇਜੀ। ਉਹਨੇ ਰਿਪੋਰਟ ਭੇਜੀ, ਕਹਿੰਦੇ ਸਾਰੇ ਹੱਕੇ ਬੱਕੇ ਰਹਿ ਗਏ। ਫਿਰ ਉਹਨੇ ਕਿਹਾ ਇੱਕ ਸਿਰ ਸਾਨੂੰ ਹੋਰ ਚਾਹੀਦਾ। ਕਹਿੰਦੇ ਫਿਰ ਹਸਤਨਾਪੁਰ, ਦਿੱਲੀ ਦਾ ਇੱਕ ਇਲਾਕਾ ਹਸਤਨਾਪੁਰ ਸੀ, ਪਹਿਲਾਂ ਦਿੱਲੀ ਦਾ ਪੁਰਾਣਾ ਨਾਮ ਹਸਤਨਾਪੁਰ ਹੋਇਆ ਕਰਦਾ ਸੀ। ਉੱਥੇ ਭਾਈ ਧਰਮ ਚੰਦ ਖੜ੍ਹਾ ਹੋਇਆ, ਉਹਦਾ ਵੀ ਸਿਰ ਉੱਥੇ ਹੀ ਲਾਤਾ ਸਟੇਜ 'ਤੇ। ਐਂ ਕਰਦਿਆਂ ਕਹਿੰਦੇ 5 ਬੰਦੇ ਆਏ। ਸਿੱਖ ਇਤਿਹਾਸ ਕਹਿੰਦਾ ਪਹਿਲਾਂ ਦਇਆ ਰਾਮ, ਦੂਜਾ ਧਰਮ ਚੰਦ, ਤੀਜਾ ਹਿੰਮਤ ਰਾਏ, ਚੌਥਾ ਮੋਹਕਮ ਦਾਸ ਅਤੇ ਪੰਜਵਾਂ ਸਾਹਿਬ ਚੰਦ। ਅਤੇ ਬੜੇ ਸਾਲਾਂ ਦੀ ਗੱਲ ਹੈ, ਮੈਂ ਬੜੇ ਧਿਆਨ ਨਾਲ ਇਹਨਾਂ ਨਾਵਾਂ ਨੂੰ ਕਿਤਾਬ 'ਚ ਪੜ੍ਹਿਆ। ਮੈਂ ਦੇਖੋ ਕੁਦਰਤ ਦਾ ਕਿਆ ਕ੍ਰਿਸ਼ਮ ਹੈ ਵੀ ਕਹਿੰਦੇ ਨੇ ਦਇਆ ਧਰਮ ਕਾ ਮੂਲ ਹੈ। ਅਤੇ ਪਰਮਾਤਮਾ ਨੇ ਪਹਿਲਾਂ ਦਇਆ ਚੰਦ ਨੂੰ ਉਠਾਇਆ, ਧਰਮ ਚੰਦ ਨੂੰ ਨਹੀਂ ਉਠਾਇਆ। ਪਹਿਲਾਂ ਦਇਆ ਉਠਾਈ ਹੈ, ਦੂਜੀ ਵਾਸਤੇ ਧਰਮ ਚੰਦ ਨੂੰ ਉਠਾਇਆ, ਧਰਮ ਉਠਾਇਆ। ਚੱਲ ਭਾਈ ਦਇਆ ਆ ਗਈ ਹੈ, ਚੱਲ ਹੁਣ ਤੂੰ ਧਰਮ ਆ ਗਿਆ। ਜਿੱਥੇ ਦਇਆ ਹੋਵੇਗੀ, ਜਿੱਥੇ ਧਰਮ ਹੋਵੇਗਾ, ਉੱਥੇ ਹਿੰਮਤ ਹੋਏਗੀ, ਫਿਰ ਹਿੰਮਤ ਰਹਿ ਖੜੇ ਹੋ ਗਏ। ਜਿੱਥੇ ਤਿੰਨੋਂ ਚੀਜ਼ਾਂ ਹੋਣਗੀਆਂ ਉੱਥੇ ਦ੍ਰਿੜਤਾ ਹੋਵੇਗੀ, ਉੱਥੇ ਮੋਹਕਮ ਚੰਦ ਆ ਗਏ। ਅਤੇ ਜਿੱਥੇ ਚਾਰੇ ਹੁਣ ਉੱਥੇ ਪਰਮਾਤਮਾ ਆਪ ਹੁੰਦੇ, ਉੱਥੇ ਸਾਹਿਬ ਚੰਦ ਆ ਗਏ। ਕੰਪਲੀਟ ਹੋ ਗਏ। 6ਵੇਂ ਸਿਰ ਦੀ ਉਡੀਕ ਕਰ ਰਹੇ ਨੇ ਲੋਕ। ਗੁਰੂ ਮਹਾਰਾਜ ਕਹਿੰਦੇ ਬਸ ਇਹ ਨਹੀਂ ਬਹੁਤ ਨੇ। ਸਾਰਿਆਂ ਨੂੰ ਫਿਰ ਉਹਨਾਂ ਨੇ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਮੈਨੂੰ ਅੰਮ੍ਰਿਤ ਛਕਾਓ। ਅਤੇ ਉਹ 5 ਪਿਆਰੇ ਜਿਹੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਛਕਾਇਆ। ਅਤੇ ਫਿਰ ਹਜ਼ਾਰਾਂ ਪ੍ਰਾਣੀਆਂ ਨੇ ਕੁਝ ਦਿਨਾਂ ਦੇ ਉੱਥੇ ਰਹਿ ਕੇ ਅੰਮ੍ਰਿਤ ਛਕਿਆ। ਹੁਣ ਜਿਹੜਾ ਹੈ ਇਹ ਪਹਾੜੀ ਰਾਜੇ ਨੂੰ ਸਗੋਂ ਅੱਗ ਲੱਗ ਗਈ ਵੀ ਇਹਨੇ ਤਾਂ ਸਾਰਿਆਂ ਨੂੰ ਹਥਿਆਰ ਦੇ ਦਿੱਤੇ ਹਨ, ਇਹ ਤਾਂ ਸਾਰੀ ਕੌਮ ਹਥਿਆਰਬੰਦ ਹੋ ਗਈ ਹੈ, ਕਿਤੇ ਸਾਰੇ ਰਲ ਕੇ ਸਾਡੇ ਤੋਂ ਰਾਜ ਨਾ ਖੋਹ ਲੈਣ। ਇਹ ਮੁਗਲ ਅਤੇ ਦਸਮ ਜਿਹੜੇ ਪਹਾੜੀ ਰਾਜੇ ਇਹ ਗੁਰੂ ਮਹਾਰਾਜ ਦੇ ਵਿਰੋਧੀ ਹੋ ਗਏ ਨੇ, ਕੋਈ ਨਾ ਕੋਈ ਲੜਾਈ ਛੇੜੀ ਰੱਖਦੇ ਨੇ। 1704 ਈਸਵੀ ਦੇ ਵਿੱਚ ਇਹਨਾਂ ਪਹਾੜੀ ਰਾਜਿਆਂ ਨੇ ਅਤੇ ਉਸ ਵੇਲੇ ਜਿਹੜੇ ਮੁਗਲਾਂ ਦਾ ਰਾਜ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਰਲ ਕੇ ਸਲਾਹ ਕਰ ਲਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ 'ਚੋਂ ਬਾਹਰ ਕੱਢ ਦਿਓ, ਔਰੰਗਜ਼ੇਬ ਸਾਡੇ 'ਤੇ ਬੜਾ ਖੁਸ਼ ਹੋਵੇਗਾ। ਚਲੋ ਜੀ, ਕਿਲ੍ਹੇ ਨੂੰ ਘੇਰਾ ਪਾ ਲਿਆ। 8 ਮਹੀਨੇ ਘੇਰਾ ਪਿਆ ਰੱਖਿਆ। ਅੰਦਰ ਹਜ਼ਾਰਾਂ ਦੀ ਤਾਦਾਦ ਸਿੱਖ ਨਹੀਂ ਹੈਗੇ, ਕੁਝ ਕੁ ਸਿੱਖ ਨੇ, ਪਰ ਬਾਹਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ। ਪਰ ਉਹਨਾਂ ਦਾ ਹੌਸਲਾ ਨਹੀਂ ਪੈ ਰਿਹਾ ਸੀ ਕਿਲ੍ਹੇ 'ਤੇ ਹਮਲਾ ਕਰ ਦਈਏ। ਉਹਨਾਂ ਸੋਚਿਆ ਬੈਠੇ ਰਹੋ, ਘੇਰਾ ਪਾ ਕੇ ਇਹਨੂੰ ਬਾਹਰ ਨਾ ਨਿਕਲਣ ਦਿਓ, ਨਾ ਕੋਈ ਚੀਜ਼ ਅੰਦਰ ਆਉਣ ਦਿਓ, ਆਪੇ ਭੁੱਖੇ ਹੀ ਅੰਦਰ ਮਰ ਜਾਣਗੇ, ਸਪਲਾਈ ਲਾਈਨ ਤੋੜ ਦਿਓ ਇਹਨਾਂ ਦੀ। ਹਾਂਜੀ, ਗੱਲ ਵੀ ਉਸ ਤਰ੍ਹਾਂ ਹੀ ਹੋਈ।
ਸਭ ਕੋਈ ਮੁੱਕ ਮੁਕਾ ਗਿਆ। ਦਸੰਬਰ ਦਾ ਮਹੀਨਾ ਚੜ੍ਹ ਗਿਆ, ਅਪ੍ਰੈਲ ਦਾ ਘੇਰਾ ਪਿਆ ਹੋਇਆ। 40 ਸਿੰਘ ਜਿਹੜੇ ਭਾਈ ਮਹਾਂ ਸਿੰਘ ਦੀ ਅਗਵਾਈ 'ਚ ਗੁਰੂ ਮਹਾਰਾਜ ਕੋਲ ਆਏ, ਕਹਿੰਦੇ ਸੱਚੇ ਪਾਤਸ਼ਾਹ ਸਾਡੇ ਤੋਂ ਭੁੱਖ ਨਹੀਂ ਸਹਿਣ ਹੁੰਦੀ, ਅਸੀਂ ਨਹੀਂ ਇੱਥੇ ਰਹਿਣਾ। ਗੁਰੂ ਮਹਾਰਾਜ ਕਿਹਾ ਕੋਈ ਨਹੀਂ, 3 ਦਿਨ ਠਹਿਰ ਜਾਓ ਫਿਰ ਚਲੇ ਜਾਓ। ਨਾ ਜੀ ਕਹਿੰਦੇ। ਗੁਰੂ ਮਹਾਰਾਜ ਕਿਹਾ 2 ਦਿਨ ਠਹਿਰ ਜਾਓ। ਨਾ ਜੀ ਕਹਿੰਦੇ। ਗੁਰੂ ਮਹਾਰਾਜ 1 ਦਿਨ ਹੋਰ ਠਹਿਰ ਜਾਓ। ਕਿ ਨਾ ਜੀ, ਇਸ ਤੋਂ ਜਾਣਾ ਜੀ, ਸਾਡੇ ਤੋਂ ਨਹੀਂ ਭੁੱਖ ਸਹਿ ਹੁੰਦੀ। ਦਸਮ ਪਾਤਸ਼ਾਹ ਕਹਿੰਦੇ ਫਿਰ ਐਂ ਕਰੋ, ਇਹ ਕਾਗਜ਼ ਲਓ, ਉਸ 'ਤੇ ਬੇਦਾਵਾ ਲਿਖ ਦਿਓ। ਲਿਖੋ ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ, ਅਤੇ ਦਸਤਖਤ ਕਰਕੇ ਮੈਨੂੰ ਦੇ ਜਾਓ, ਤੁਸੀਂ ਜਾ ਸਕਦੇ ਹੋ। ਅਤੇ ਉਹ 40 ਦੇ 40 ਦਸਤਖਤ ਕਰਕੇ ਉਹ ਬੇਦਾਵਾ ਗੁਰੂ ਮਹਾਰਾਜ ਦੇ ਕੇ ਚਲੇ ਗਏ। ਕੁਝ ਦਿਨਾਂ ਬਾਅਦ ਇਹ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਸੋਚਿਆ ਵੀ ਗੁਰੂ ਮਹਾਰਾਜ ਤੇ ਜਾ ਹੀ ਨਹੀਂ ਰਹੇ, ਵੀ ਕਿਉਂ ਨਾ ਧਰਮ ਦੀ ਸਹੁੰ ਖਾ ਲਓ। ਹਿੰਦੂਆਂ ਨੇ ਜਿਹੜੇ ਸਰਾਜੇ ਸਹੁੰ ਖਾਧੀ ਗਊ ਦੀ, ਅਤੇ ਮੁਸਲਮਾਨਾਂ ਨੇ ਸਹੁੰ ਖਾਧੀ ਕੁਰਾਨ ਦੀ। ਵੀ ਅਸੀਂ ਗਊ ਅਤੇ ਕੁਰਾਨ ਦੀ ਸਹੁੰ ਖਾਂਦੇ ਹਾਂ, ਤੁਸੀਂ ਅਨੰਦਪੁਰ ਸਾਹਿਬ ਖਾਲੀ ਕਰ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਸਾਡੀ ਇੱਜ਼ਤ ਰਹਿ ਜਾਏਗੀ, ਅਸੀਂ ਰੰਗਦੇਵ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਵਾਂਗੇ। ਗੁਰੂ ਮਹਾਰਾਜ ਨੇ ਵੀ ਦੇਖਿਆ ਵੀ ਇੱਕ ਤਾਂ ਅੰਦਰ ਹੁਣ ਰਿਹਾ ਨਹੀਂ ਕੁਛ ਖਾਣ ਪੀਣ ਨੂੰ, ਅਤੇ ਇੱਕ ਜਿਹੜੇ ਸੌਹਾਂ ਖਾ ਰਹੇ ਨੇ ਵੀ ਚਲੋ ਛੱਡ ਹੀ ਦੇਣੇ। ਗੁਰੂ ਮਹਾਰਾਜ 20 ਦਸੰਬਰ ਸੀ ਉਸ ਦਿਨ, 20 ਦਸੰਬਰ 1704 ਈਸਵੀ ਨੂੰ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਤਾ। ਉਹ ਜਿੰਨਾ ਵੈਦੇ ਕਿ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਉਹਨਾਂ ਮਗਰੋਂ ਹਮਲਾ ਕਰਤਾ। ਉਹਨੇ ਵੀ ਕਰਤਾ ਮੈਨੂੰ। ਜਿੱਥੇ ਪਰਿਵਾਰ ਵਿਛੋੜਾ ਜਗ੍ਹਾ ਹੈ, ਇੱਥੇ ਆ ਕੇ ਘਮਸਾਨ ਦਾ ਯੁੱਧ ਹੋਇਆ ਹੈ। ਅੱਗੋਂ ਸਰਸਾ ਨਦੀ ਹੈ। ਨਦੀ ਪਾਰ ਕਰਦਿਆਂ, ਲੜਾਈ ਕਰਦਿਆਂ ਹੋਇਆਂ ਪਰਿਵਾਰ ਆਪਸ ਵਿਛੜ ਗਿਆ ਹੈ। ਮਾਤਾ ਗੁਜਰ ਕੌਰ ਜੀ ਅਤੇ ਦੋਨੋਂ ਛੋਟੇ ਸਾਹਿਬਜ਼ਾਦੇ ਇਹ ਇੱਕ ਪਾਸੇ ਨੂੰ ਚਲੇ ਗਏ, ਕਿਉਂਕਿ ਮੂੰਹ ਹਨੇਰਾ ਸੀ, ਦਿਨ ਅਜੇ ਚੜ੍ਹਿਆ ਨਹੀਂ ਸੀ। ਅਤੇ 2 ਵੱਡੇ ਸਾਹਿਬਜ਼ਾਦੇ ਜਿਹੜੇ ਸੋ ਦਸਮ ਪਾਤਸ਼ਾਹ ਨੂੰ ਹੋ ਗਏ ਨੇ। ਜਿਹੜੀਆਂ ਦੋਨੋਂ ਬਾਕੀ ਮਾਤਾਵਾਂ ਸਨ ਕਿ ਮਾਤਾ ਜੀਤ ਕੌਰ ਜੀ ਦਾ ਪਹਿਲੇ ਸਰੀਰ ਤਿਆਗ ਗਏ ਸਨ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਇਹ ਜਿਹੜਾ ਹੈ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਕਿ ਦਿੱਲੀ ਜਵਾਹਰ ਸਿੰਘ ਦੀ ਕੋਠੀ ਜੀ ਨੂੰ ਲੈ ਜਾਓ, ਉੱਥੇ ਰੱਖੋ। ਇਸ ਤਰ੍ਹਾਂ ਬਾਹਰ ਜਦੋਂ ਸਰਸਾ ਨਦੀ 'ਚੋਂ ਬਾਹਰ ਨਿਕਲੇ ਤਾਂ ਕੁੱਲ 50 ਸਿੰਘ ਸਨ। ਗੁਰੂ ਮਹਾਰਾਜ ਜੀ ਰੋਪੜ ਜਾ ਰਹੇ ਨੇ। ਹੁਣ ਪਤਾ ਕਿਸੇ ਨੂੰ ਵੀ ਨਹੀਂ ਵੀ ਜਾਣਾ ਕਿੱਥੇ ਹੈ। ਜੇ ਤਾਂ ਵੀ ਨਾ ਵੀ ਟਾਰਗੇਟ ਵੀ ਭਾਈ ਆਪਾਂ ਨੇ ਫਲਾਣੇ ਥਾਂ 'ਤੇ ਪਹੁੰਚਣਾ ਹੈ, ਫਿਰ ਤਾਂ ਹੋਰ ਗੱਲ ਹੁੰਦੀ ਹੈ। ਹੁਣ ਕਿਸੇ ਨੂੰ ਵੀ ਨਹੀਂ ਪਤਾ ਕਿੱਥੇ ਜਾਣਾ। ਚਮਕੌਰ ਸਾਹਿਬ ਆ ਗਏ ਨੇ, ਦੁਸ਼ਮਣ ਨੇ ਵੀ ਆ ਕੇ ਉਹ ਗੜੀ ਨੂੰ ਘੇਰਾ ਪਾ ਲਿਆ। ਅਗਲੇ ਦਿਨ ਘਮਸਾਨ ਦਾ ਯੁੱਧ ਹੋਇਆ ਹੈ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਛੱਡ ਕੇ ਬਾਕੀ ਤਿੰਨੋਂ ਪੈਰੇ ਜਿਹੜੇ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਸਾਹਿਬ ਸਿੰਘ ਅਤੇ ਦੋਨੋਂ ਵੱਡੇ ਸਾਹਿਬਜ਼ਾਦੇ ਉਹ ਸ਼ਹੀਦ ਹੋ ਗਏ ਨੇ। ਨਾਲ ਜਿਹੜੇ ਸਿੰਘ ਆਏ ਸਨ ਉਹ ਵੀ ਸ਼ਹੀਦ ਹੋ ਗਏ। ਸਿੰਘਾਂ ਦੀ ਬੇਨਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕੱਚੀ ਗੜੀ ਛੱਡ ਦਿੱਤੀ ਹੈ। ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਲੈ ਲਿਆ ਹੈ। ਕੱਚੀ ਗੜੀ ਰਾਤ ਨੂੰ ਛੱਡ ਦਿੱਤੀ ਹੈ। ਸਵੇਰੇ ਬਾਕੀ ਜਿਹੜੇ ਸਿੰਘ ਰਹਿੰਦੇ ਸਨ ਉਹ ਸ਼ਹੀਦ ਹੋ ਗਏ ਉੱਥੇ। ਦਸਮ ਪਾਤਸ਼ਾਹ ਮਾਛੀਵਾੜੇ ਪਾਸ ਨੂੰ ਚੱਲ ਪਏ। ਛੋਟੇ ਸਾਹਿਬਜ਼ਾਦੇ ਜਿਹੜੇ ਸਨ ਉਹ ਮਾਤਾ ਗੁਜਰ ਕੌਰ ਜੀ ਨਾਲ ਹੁੰਦੇ ਹਵਾਂਦੇ ਪੰਡਿਤ ਗੰਗੂ ਰਾਮ ਜਿਹੜਾ ਸੀ ਉਹਦੇ ਘਰ ਪਹੁੰਚ ਗਏ। ਗੰਗੂ ਰਾਮ ਨੇ ਅੱਗੇ ਮੋਰਿੰਡੇ ਦੇ ਜਿਹੜਾ ਥਾਣੇਦਾਰ ਸੀ ਉਹਨੂੰ ਸ਼ਿਕਾਇਤ ਕਰਤੀ ਵੀ ਸਾਡੇ ਕੋਲ ਨੇ ਗੁਰੂ ਮਹਾਰਾਜ ਦੀ ਮਾਂ ਦਸਮ ਪਾਤਸ਼ਾਹ ਦੀ ਅਤੇ ਦਸਮ ਪਾਤਸ਼ਾਹ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਮੇਰੇ ਕੋਲ ਆ ਕੇ ਫੜ ਲਓ। ਪੁਲਿਸ ਵਾਲਿਆਂ ਨੂੰ ਫੜ ਕੇ ਲੈ ਕੇ ਸਰਹੰਦ ਪੇਸ਼ ਕਰ ਦਿੱਤਾ ਹੈ ਨਵਾਬ ਦੇ। ਫਿਰ ਉੱਥੇ ਕਚਹਿਰੀਆਂ 'ਚ ਜਿਹੜਾ ਹੈ ਸਵਾਲ ਜਵਾਬ ਸਭ ਕੁਛ ਹੋਏ, ਪਰ ਬੱਚੇ ਜਿਹੜੇ ਕਿਸੇ ਲਾਲਚ 'ਚ ਨਹੀਂ ਆਏ। ਉਹਨਾਂ ਨੇ ਕੋਈ ਈਨ ਨਹੀਂ ਮੰਨੀ।
ਉਹਨਾਂ ਨੂੰ ਫਿਰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਜੰਗ ਸ਼ਹੀਦ ਹੋ ਗਏ, ਛੋਟੇ ਸਰਹੰਦ ਦੀਆਂ ਨੀਹਾਂ ਚਿਣ ਦਿੱਤੇ ਗਏ। ਦਸਮ ਪਾਤਸ਼ਾਹ ਮਾਛੀ ਵੱਢ ਤੋਂ ਹੁੰਦੇ ਹੋਏ ਮੁਕਤਸਰ ਪਹੁੰਚ ਗਏ ਕੁਝ ਮਹੀਨਿਆਂ ਬਾਅਦ। ਮੁਕਤਸਰ ਅਸਲ ਉਹਦਾ ਨਾਮ ਸੀ ਪਿੰਡ ਦਾ ਖਿਦਰਾਣਾ। ਉੱਥੇ ਇੱਕ ਬਹੁਤ ਵੱਡਾ ਟੋਭਾ ਸੀ ਜਿਹਨੂੰ ਕਹਿੰਦੇ ਖਿਦਰਾਣੇ ਦੀ ਢਾਬ। ਹੁਣ ਵੀ ਜਿੱਥੇ ਉਹ ਗੁਰਦੁਆਰਾ ਸਾਹਿਬ ਉੱਤੇ ਬਣਿਆ ਟੁੱਟੀ ਗੰਢੀ, ਉਹਦੇ ਅੱਗੇ ਕਿੱਡਾ ਵੱਡਾ ਸਰੋਵਰ ਹੈ ਜਿਹੜੇ ਮੁਕਤਸਰ ਸਾਹਿਬ ਜਾਂਦੇ ਹੋਏ। ਉਹ ਪਹਿਲਾਂ ਢਾਬ ਛੱਪੜ ਹੁੰਦਾ ਸੀ, ਵੱਡੇ ਸਾਰੇ ਛੱਪੜ ਨੂੰ ਪਿੰਡਾਂ 'ਚ ਕਹਿੰਦੇ ਨੇ ਢਾਬ। ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਵੀ ਮਗਰੋਂ ਦੁਸ਼ਮਣ ਲੱਗਾ ਆ ਰਿਹਾ। ਭਾਵੇਂ ਇਹ ਮੁਕਤਸਰ ਦਾ ਜਿਹੜਾ ਨਾ ਮਾਘੀ, ਜਿਹੜੀ ਮਾਘੀ ਹੁਣ ਮਨਾਉਂਦੇ ਤਿਉਹਾਰ, ਲੜਾਈ ਤਾਂ ਮਈ 'ਚ ਹੋਈ ਸੀ, ਅੱਤ ਦੀ ਗਰਮੀ 'ਚ ਹੋਈ ਸੀ। ਉਦੋਂ ਇਲਾਕਾ ਸਾਰਾ ਰੇਤਲਾ ਸੀ, ਟਿੱਬੇ ਹੀ ਟਿੱਬੇ ਸਨ ਅਤੇ ਪਾਣੀ ਦੀ ਬਹੁਤ ਕਮੀ ਸੀ। ਉਹ ਇੱਕੋ ਥਾਂ 'ਤੇ ਪਾਣੀ ਸੀ ਅਤੇ ਗੁਰੂ ਮਹਾਰਾਜ ਉੱਥੇ ਕਬਜ਼ਾ ਕਰ ਲਓ ਪਾਣੀ 'ਤੇ, ਤਾਂ ਜੋ ਦੁਸ਼ਮਣ ਨੂੰ ਪਾਣੀ ਹੀ ਨਾ ਕਿਤੋਂ ਮਿਲੇ। ਉੱਥੇ ਜਿਹੜਾ ਸਿੰਘ ਪਹੁੰਚ ਗਏ ਨੇ। ਜਦੋਂ ਜਿਹੜੇ 40 ਬੇਦਾਵਾ ਦੇ ਗਏ ਸਨ, ਜਦੋਂ ਘਰ ਪਹੁੰਚੇ ਉਹ ਬੀਬੀ ਉਹਨਾਂ ਦੇ ਘਰ ਵਿੱਚ ਲਾਹਣਤਾਂ ਪਾਈਆਂ। ਕਹਿੰਦੇ ਅੱਛਾ, ਜਦੋਂ ਗੁਰੂ ਮਹਾਰਾਜ ਸੁਖੀ ਸਨ ਹੈ ਤੁਸੀਂ ਉੱਥੇ ਖਾਂਦੇ ਪੀਂਦੇ ਰਹੇ, ਜਦੋਂ ਉਹਨਾਂ ਦੇ ਮੁਸੀਬਤ ਆ ਬਣੀ ਹੈ ਅਤੇ ਤੁਸੀਂ ਉਹਨਾਂ ਦਾ ਸਾਥ ਛੱਡ ਕੇ ਆ ਗਏ। ਤੁਸੀਂ ਕਾਹਦੇ ਸਿੱਖ? ਲਾਹਣਤਾਂ ਜਦੋਂ ਰੋਜ਼ ਪੈਂਦੀਆਂ ਸੀ, ਉਹ ਵੀ ਉਹਨਾਂ ਫੈਸਲਾ ਕਰਤਾ ਚਲੋ ਯਾਰ ਚੱਲਦੇ ਹਾਂ ਵੀ ਭੁੱਲ ਬਖਸ਼ਾ ਲਾਂਗੇ। ਜਦੋਂ ਉਹ ਵੀ ਪਹੁੰਚੇ ਬਾਕੀ ਸਾਥੀਆਂ ਦੇ ਨਾਲ ਮੁਕਤਸਰ, ਉਹਨੇ ਚਿਰ ਲੜਾਈ ਹੋ ਰਹੀ ਅਤੇ ਉਹ ਵੀ ਫਿਰ ਲੜਾਈ ਸ਼ਾਮਿਲ ਹੋ ਗਏ। ਮੁਗਲ ਫੌਜ ਹਾਰ ਗਈ ਹੈ, ਉਹ ਤਾਂ ਵਾਪਸ ਭੱਜ ਗਏ। ਗੁਰੂ ਮਹਾਰਾਜ ਨੇ ਰਾਊਂਡ ਲਾਇਆ ਮੈਦਾਨ ਦਾ ਜਿੱਥੇ ਦੇ ਸ਼ਹੀਦ ਹੋਏ। ਵਾਰ ਦਿੰਦੇ ਮੇਰਾ 5000 ਹੀ, ਮੇਰਾ 10,000 ਹੀ। ਦੇਖਿਆ ਕਿ ਉਹਨਾਂ 40 'ਚ ਮਹਾਂ ਸਿੰਘ ਹੈ ਜਿਹੜਾ ਸਿਸਕ ਰਿਹਾ ਹੈ। ਗੁਰੂ ਮਹਾਰਾਜ ਉਹਦੇ ਕੋਲ ਗਏ, ਉਹਦਾ ਸਿਰ ਆਪਣੇ ਪੱਟਾਂ 'ਤੇ ਰੱਖਿਆ, ਰੁਮਾਲ ਨਾਲ ਦਾ ਮੂੰਹ ਪੂੰਝਿਆ। ਉਹਨੇ ਥੋੜ੍ਹੀ ਅੱਖਾਂ ਖੋਲ੍ਹੀਆਂ ਦੇ ਦਸਮ ਪਾਤਸ਼ਾਹ ਨੇ। ਕਹਿੰਦੇ ਮਹਾਂ ਸਿੰਘ, ਅਸੀਂ ਤੇਰੇ ਅਤੇ ਤੇਰੇ ਸਾਥੀਆਂ 'ਤੇ ਬਹੁਤ ਖੁਸ਼ ਹਾਂ। ਮੰਗ ਕੀ ਮੰਗਦਾ? ਕਹਿੰਦਾ ਜੀ ਦੇਖੋ, ਮੈਂ ਸੱਚਖੰਡ ਵੱਲ ਨੂੰ ਵੇਖ ਰਿਹਾ, ਤੁਹਾਡੀ ਦਿੱਤੀ ਦਿਵ ਦ੍ਰਿਸ਼ਟੀ ਮੇਰੇ ਕੋਲ ਹੈ। ਮੇਰੇ 39 ਦੇ 39 ਸਾਥੀ ਸੱਚਖੰਡ ਦੇ ਬੂਹੇ ਅੱਗੇ ਖੜ੍ਹੇ ਨੂੰ ਉਹਨਾਂ ਅੰਦਰ ਨਹੀਂ ਵੜਨ ਦਿੰਦੇ। ਕਹਿੰਦੇ ਤੁਸੀਂ ਨਿਗੋਰੇ ਹੋ ਅਤੇ ਕੋਈ ਨਿਗੋਰਾ ਸੱਚਖੰਡ 'ਚ ਪ੍ਰਵੇਸ਼ ਨਹੀਂ ਕਰ ਸਕਦਾ। ਬਈ ਕਿਰਪਾ ਕਰਕੇ ਬੇਦਾਵਾ ਪਾੜ ਦਿਓ ਬਸ, ਤਾਂ ਜੋ ਅਸੀਂ ਸੱਚਖੰਡ ਜਾ ਸਕੀਏ। ਅਤੇ ਗੁਰੂ ਮਹਾਰਾਜ ਇਤਿਹਾਸ ਕਹਿੰਦਾ ਉਹਨੇ ਆਪਣੇ ਕਮਰ ਕੱਸੇ ਦੇ ਵਿੱਚ ਜਿਹੜੇ ਲੱਕ ਦੁਆਲੇ ਬੰਨ੍ਹਦੇ ਕੱਪੜਾ, ਉਹ ਜੇ ਬੇਦਾਵਾ ਰੱਖਿਆ ਸੀ ਕਿ ਇੱਕ ਸਮਾਂ ਆਏਗਾ ਇਹਦੀ ਲੋੜ ਪੈਣੀ ਹੈ। ਉਹ ਭਾਈ ਮਹਾਂ ਸਿੰਘ ਦੇ ਸਾਹਮਣੇ ਹੀ ਪਾੜਤਾ। ਜਿਉਂ ਹੀ ਬੇਦਾਵਾ ਪਾੜਿਆ, ਮਹਾਂ ਸਿੰਘ ਨੇ ਸਰੀਰ ਤਿਆਗ ਦਿੱਤਾ ਅਤੇ ਉਹ 40 ਦੇ 40 ਸੱਚਖੰਡ ਨੂੰ ਚਲੇ ਗਏ। ਇਸ ਲਈ ਉਹਨੂੰ ਮੁਕਤਸਰ ਕਹਿੰਦੇ ਵੀ ਇਹ ਮੁਕਤੇ ਨੇ, ਮੁਕਤ ਹੋ ਗਏ ਨੇ। ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ, ਜਿਹਨੂੰ ਸਾਬੋ ਕੀ ਤਲਵੰਡੀ ਕਹਿੰਦੇ, ਉੱਥੇ ਆ ਗਏ ਨੇ। ਉੱਥੇ ਭਾਈ ਡੱਲਾ ਹੈ, ਜਾਗੀਰਦਾਰ ਹੈ, ਉਹਨੇ ਬੜਾ ਸਤਿਕਾਰ ਕੀਤਾ। ਜਿੱਥੇ ਅੱਜ ਕੱਲ੍ਹ ਆਪਣਾ ਤਖਤ ਬਣਿਆ ਦਮਦਮਾ ਸਾਹਿਬ ਦਾ, ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਵੀ ਹੈ ਜਿੱਥੇ 9ਵੇਂ ਪਾਤਸ਼ਾਹ ਵੀ ਆਏ ਸਨ। ਦਸਮ ਪਾਤਸ਼ਾਹ ਉੱਥੇ ਰਹਿੰਦੇ ਨੇ। ਚਲੋ ਗੁਰਦੁਆਰਾ ਤਾਂ ਫਿਰ ਬਾਅਦ 'ਚ ਬਣੇ ਨਾ ਇਹ, ਉਹ ਤਾਂ ਉਂਝ ਹੀ ਸਿਰੜਾ ਥਾਂ ਸੀ। ਇੱਥੇ ਟੈਂਟ ਲਾ ਕੇ ਰਹਿਣ ਲੱਗ ਪਏ ਨੇ। ਹੌਲੀ ਹੌਲੀ ਸੰਗਤ ਆਉਣੀ ਸ਼ੁਰੂ ਹੋ ਗਈ ਹੈ। ਸਿੱਖ ਕਹਿੰਦੇ ਜੀ ਬੜਾ ਸਮਾਂ ਹੋ ਗਿਆ, ਹੁਣ ਤਾਂ ਸ਼ਾਂਤੀ ਹੈ। ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਮੰਗਾਓ ਧੀਰ ਮੱਲੀਆਂ ਤੋਂ। ਤੁਸੀਂ ਪੁੱਛੋਗੇ ਧੀਰ ਮੱਲ ਕੋਲ ਕਿਵੇਂ ਗੁਰੂ ਗ੍ਰੰਥ ਸਾਹਿਬ ਚਲੇ ਗਏ? ਜਦੋਂ ਅੰਮ੍ਰਿਤਸਰ ਲਾਹੌਰ ਦੇ
ਨਵਾਬ ਦੇ ਬੰਦਿਆਂ ਨੇ 6ਵੇਂ ਪਾਤਸ਼ਾਹ 'ਤੇ ਹਮਲਾ ਕਰਤਾ ਸੀ। 6ਵੇਂ ਪਾਤਸ਼ਾਹ ਸੋਚਿਆ ਵੀ ਗੁਰੂ ਗ੍ਰੰਥ ਦੀ ਨਰਾਦਰੀ ਨਾ ਹੋਵੇ। ਉਹਨਾਂ ਨੇ ਆਪਣੇ ਪੁੱਤਰ ਧੀਰਮਲ ਨੂੰ ਕਿਹਾ ਵੀ ਤੂੰ ਇਹਨੂੰ ਆਪਣੇ ਸਹੁਰੇ ਘਰ ਕਰਤਾਰਪੁਰ ਲੈ ਜਾ। ਬਾਅਦ 'ਚ ਸਮਾਂ ਆਇਆ ਵੀ ਧੀਰਮਲ ਦੁਸ਼ਮਣਾਂ ਨਾਲ ਰਲ ਗਿਆ ਅਤੇ ਧੀਰਮਲ ਨੇ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਦਿੱਤਾ ਨਹੀਂ ਹੈ। ਅੱਜ ਵੀ ਉਹਨਾਂ ਕੋਲ ਹੀ ਹੈ, ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਹੈ। ਦਸਮ ਪਾਤਸ਼ਾਹ ਨੇ ਬੰਦੇ ਭੇਜੇ ਵੀ ਜਾਓ ਧੀਰਮਲ ਤੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆ, 9ਵੇਂ ਪਾਤਸ਼ਾਹ ਦੇ ਵਿੱਚ ਬਾਣੀ ਦਰਜ ਕਰਨੀ ਹੈ। ਉਹਨੇ ਜਵਾਬ ਦੇ ਦਿੱਤਾ। ਦਸਮ ਪਾਤਸ਼ਾਹ ਨੇ ਫਿਰ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਵੀ ਅਸੀਂ ਬੋਲਾਂਗੇ ਬਾਣੀ ਤੈਂ ਲਿਖਣੀ ਹੋਏਗੀ, ਅਤੇ ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਜਿਹੜਾ ਕਲਮਾਂ ਅਤੇ ਸਿਆਹੀ ਅਤੇ ਕਾਗਜ਼ ਤਿਆਰ ਕਰਕੇ ਰੱਖਣੇ। ਇਸ ਤਰ੍ਹਾਂ ਗੁਰੂ ਮਹਾਰਾਜ ਦੁਪਹਿਰ ਤੱਕ ਜਿੰਨੀ ਬਾਣੀ ਲਿਖਾ ਲੈਂਦੇ ਸਨ, ਸ਼ਾਮ ਨੂੰ ਫਿਰ ਉਹਦੀ ਕਥਾ ਕਰਿਆ ਕਰਦੇ, ਸੰਗਤ ਆ ਕੇ ਸੁਣਿਆ ਕਰਦੇ ਸੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਕੇ ਜਿਸ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਆਪ ਜੀ ਬਿਰਾਜਮਾਨ ਹੋ ਨਾ, ਇਹ ਦਮਦਮਾ ਸਾਹਿਬ ਵੀ ਤਿਆਰ ਕੀਤਾ ਸੀ 1706 ਈਸਵੀ। ਜਿੱਦੇ ਸੰਪੂਰਨਤਾ ਹੋਈ ਉਹਦੇ 30 ਅਗਸਤ 1706 ਈਸਵੀ ਸੀ, ਸੰਪੂਰਨ ਹੋ ਗਿਆ। ਹੁਣ ਦਸਮ ਪਾਤਸ਼ਾਹ ਨੇ ਦੇਖਿਆ ਵੀ ਪੰਚਮ ਪਾਤਸ਼ਾਹ ਵੇਲੇ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਸੀ ਅਤੇ ਉਹ ਵਿਰੋਧੀਆਂ ਦੇ ਹੱਥ ਆ ਗਿਆ, ਅਤੇ ਹੁਣ ਵੀ ਤਾਂ ਬੜੀ ਵਿਰੋਧਤਾ ਹੈਗੀ ਹੈ। ਇਹ ਵੀ ਨਾ ਕਿਸੇ ਦੁਸ਼ਮਣ ਦੇ ਹੱਥ ਆ ਜਾਏ। ਤਾਂ ਉਹਨਾਂ ਨੇ ਕਿਹਾ ਵੀ ਅਜੇ ਅਸੀਂ ਤਾਂ ਠਹਿਰੇ ਹਾਂ ਬਾਬਾ ਦੀਪ ਸਿੰਘ ਜੀ, ਤੁਸੀਂ ਇਹਦੇ ਉਤਾਰੇ ਕਰੋ। ਉਹਨੇ ਚਿਰ ਨੂੰ ਇੱਕ ਉਤਾਰਾ ਹੋਰ ਹੋ ਗਿਆ, ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਗਿਆ। ਬਾਕੀ ਗੁਰੂ ਮਹਾਰਾਜ ਡਿਊਟੀ ਬਾਬਾ ਦੀਪ ਸਿੰਘ ਵੀ ਤੁਸੀਂ ਨਾ ਉਤਾਰੇ ਕਰ ਕਰਕੇ ਅੱਡ ਅੱਡ ਗੁਰਦੁਆਰਿਆਂ 'ਚ ਭੇਜੋ ਵੱਡੇ ਥਾਵਾਂ 'ਤੇ। ਫਿਰ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਨੇ ਲਿਖਾਇਆ ਸੀ ਉਹ ਦਸਮ ਪਾਤਸ਼ਾਹ ਨੰਦੇੜ ਸਾਹਿਬ ਨਾਲ ਲਏ ਸਨ। ਜਿਹੜਾ ਦੂਜਾ ਉਤਾਰਾ ਸੀ ਉਹ ਦਮਦਮਾ ਸਾਹਿਬ 'ਚ ਹੈਗਾ ਜੀ। ਗੁਰੂ ਗ੍ਰੰਥ ਨਾਲ ਹੀ ਲੈ ਕੇ ਸੀ ਨੰਦੇੜ। ਦੂਜਾ ਉਤਾਰਾ ਇਸ ਲਈ ਕਰਾਇਆ ਸੀ ਤਾਂ ਜੇ ਵੱਧ ਤੋਂ ਵੱਧ ਉਤਾਰੇ, ਜੇ ਦੁਸ਼ਮਣ ਇੱਕ ਅੱਧਾ ਲੈ ਵੀ ਜੇ ਤਾਂ ਵੀ ਕਿਸੇ ਨਾ ਕਿਸੇ ਦੂਜਾ ਵੱਧ ਜੇ ਕੋਈ। ਦਸਮ ਪਾਤਸ਼ਾਹ ਜਦੋਂ ਔਰੰਗਜ਼ੇਬ ਦੇ ਪੁੱਤਰਾਂ 'ਚ ਗੱਦੀ ਲਈ ਰਾਜ ਗੱਦੀ ਲਈ ਲੜਾਈ ਹੋਈ ਤਾਂ ਔਰੰਗਜ਼ੇਬ ਦਾ ਪੁੱਤਰ ਇੱਕ ਬਹਾਦਰ ਸ਼ਾਹ ਸੀ, ਬਾਜ ਬਹਾਦਰ ਸ਼ਾਹ ਨਾਮ ਨਾਲ ਪ੍ਰਸਿੱਧ ਹੋਇਆ। ਉਹਨੇ ਦਸਮ ਪਾਤਸ਼ਾਹ ਨੂੰ ਚਿੱਠੀ ਲਿਖੀ ਵੀ ਤੁਸੀਂ ਨਾ ਮੇਰੀ ਮਦਦ ਕਰੋ, ਮੇਰੀ ਲੜਾਈ ਹੈ ਅਤੇ ਤੁਸੀਂ ਮੇਰੀ ਮਦਦ ਕਰੋ। ਗੁਰੂ ਮਹਾਰਾਜ ਦੇਖਿਆ ਕਿ ਸਾਰਿਆਂ 'ਚੋਂ ਇਹੀ ਕੋਈ ਚੱਜਦਾ ਹੈ। ਗੁਰੂ ਮੈਂ ਆਪਣੇ ਸਿੰਘ ਭੇਜਤੇ, ਨਾਲ ਚਿੱਠੀ ਭੇਜਤੀ, ਕੋਈ ਨਹੀਂ ਤੁਹਾਡੀ ਫਤਿਹ ਹੋਵੇਗੀ। ਬਹਾਦਰ ਸ਼ਾਹ ਜਿੱਤ ਗਿਆ ਹੈ, ਉਹ ਦਿੱਲੀ ਦਾ ਰਾਜਾ ਹੋ ਗਿਆ ਹੈ। ਹੁਣ ਜੇ ਰਾਜ ਗੱਦੀ ਦੇ ਤਿਲਕ ਲੱਗਣਾ ਹੈ, ਜੋ ਵੀ ਉਹਨਾਂ ਦਾ ਸਿਸਟਮ ਹੈ ਆਪਣਾ, ਗੁਰੂ ਮਹਾਰਾਜ ਨੇ ਇਨਵਾਈਟ ਕੀਤਾ ਉਹਨੇ ਵੀ ਤੁਸੀਂ ਵੀ ਉਸ ਸਮਾਗਮ 'ਚ ਆਵੋ। ਜਿਵੇਂ ਆਪਣੀ ਸਰਕਾਰੀ 26 ਜਨਵਰੀ ਨੂੰ ਬਾਹਰਲੇ ਕਿਸੇ ਨਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਸੱਦੀ ਹੁੰਦੀ ਸਤਿਕਾਰ ਵਜੋਂ। ਗੁਰੂ ਮਹਾਰਾਜ ਫਿਰ ਨੰਦੇੜ ਇੱਥੋਂ ਦਮਦਮਾ ਤੋਂ ਚੱਲ ਕੇ ਦਿੱਲੀ ਗਏ ਨੇ। ਚਲੋ ਰਾਜੇ ਨੇ ਬਹੁਤ ਸਤਿਕਾਰ ਕੀਤਾ ਹੈ। ਹੁਣ ਰਾਜੇ ਜਿਹੜੇ ਨੇ ਇਹ ਚਲਾਕ ਵੀ ਹੁੰਦੇ ਨੇ। ਬਹਾਦਰ ਸ਼ਾਹ ਨੇ ਸੋਚਿਆ ਵੀ ਮੈਂ ਦੱਖਣੀ ਭਾਰਤ ਨੂੰ ਜਾਣਾ ਮੁਹਿੰਮ 'ਤੇ ਲੜਾਈ ਲੜਨ ਲਈ, ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਨਾਲ ਹੀ ਲੈ ਜਾਣਾ। ਨਾ ਮਗਰੋਂ ਪੰਜਾਬ 'ਚ ਗੁਰੂ ਰਹੇਗਾ, ਨਾ ਹੀ ਸਿੱਖ ਜੇ ਇਕੱਠੇ ਹੋ ਸਕਣਗੇ। ਵੀ ਜੇ ਗੁਰੂ ਮਹਾਰਾਜ ਇੱਥੇ ਪੰਜਾਬ 'ਚ ਰਹਿ ਗਏ ਨਾ, ਇਹਨਾਂ ਨੇ ਫਿਰ ਸਿੱਖ ਇਕੱਠੇ ਕਰ ਲੈਣੇ ਨੇ, ਫਿਰ ਸਿੱਖ ਇਕੱਠੇ ਕਰ ਲੈਣੇ। ਪਿੰਡ ਦੇ ਲੀਡਰ ਹੀ ਲੈ ਜਾਓ, ਲੀਡਰ ਹੀ ਇਕੱਠੇ ਕਰਨੇ ਹੁੰਦੇ ਲੋਕ। ਉਹ ਕਹਿੰਦਾ ਜੀ ਮੈਂ ਚੱਲਿਆ ਦੱਖਣੀ ਭਾਰਤ, ਮੇਰੀ ਬੜੀ ਤੀਬਰ ਇੱਛਾ ਵੀ ਤੁਸੀਂ ਵੀ ਮੇਰੇ ਨਾਲ ਚੱਲੋ, ਮੈਂ ਤੁਹਾਡੀ ਸੰਗਤ ਦਾ ਫਾਇਦਾ ਉਠਾਵਾਂਗਾ ਰਾਜ। ਅਤੇ ਗੁਰੂ ਮਹਾਰਾਜ ਤਾਂ ਨੰਦੇੜ ਸਾਹਿਬ ਯਾਦ ਕਰ ਰਿਹਾ ਸੀ, ਕਿਉਂਕਿ ਉੱਥੇ ਮਾਧੋ ਦਾਸ ਰਹਿੰਦਾ ਸੀ, ਜਿਸ ਤੋਂ ਬੜੀ ਵੱਡੀ ਸੇਵਾ ਦਸਮ ਪਾਤਸ਼ਾਹ ਨੇ ਲੈਣੀ ਸੀ। ਇਸ ਲਈ ਦਸਮ ਪਾਤਸ਼ਾਹ ਬਹਾਦਰ ਸ਼ਾਹ ਦੇ ਨਾਲ ਚੱਲ ਪੈਣ। ਨੰਦੇੜ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਕਹਿੰਦੇ ਵੀ ਰਾਜਨ ਤੁਸੀਂ ਤਾਂ ਅੱਗੇ ਜਿੱਧਰ ਜਾਣੇ ਜਾਓ, ਮੈਂ ਤਾਂ ਇੱਥੇ ਹੀ ਠਹਿਰਾਂਗਾ। ਦਸਮ ਪਾਤਸ਼ਾਹ ਨੰਦੇੜ ਸਾਹਿਬ ਜਿਹਨੂੰ ਅੱਜ ਕੱਲ੍ਹ ਸਤਿਕਾਰ ਵਜੋਂ ਸਿੱਖ ਹਜ਼ੂਰ ਸਾਹਿਬ ਕਹਿੰਦੇ। ਨੰਦੇੜ ਸ਼ਹਿਰ ਵੀ ਹੈ, ਜ਼ਿਲ੍ਹਾ ਵੀ ਹੈ, ਜੇ ਪਟਿਆਲਾ ਸ਼ਹਿਰ ਵੀ ਹੈ, ਜ਼ਿਲ੍ਹਾ ਵੀ ਹੈ। ਉੱਥੇ ਠਹਿਰ ਗਏ।
ਸੈਰ ਕਰਦੇ ਕਰਦੇ ਗੋਦਾਵਰੀ ਨਦੀ ਦੇ ਕੰਢੇ ਨੇੜੇ ਹੀ ਉੱਥੋਂ ਅੱਗੇ ਉੱਥੇ ਮਾਧੋ ਦਾਸ ਦਾ ਡੇਰਾ ਸੀ। ਗੁਰੂ ਮਹਾਰਾਜ ਮਾਧੋ ਦਾਸ ਦੇ ਡੇਰੇ 'ਚ ਉਹਦੇ ਮਾਧੋ ਦਾਸ ਦੇ ਪਲੰਗ 'ਤੇ ਜਾ ਕੇ ਬਹਿ ਗਏ। ਸੇਵਕ ਕਹਿੰਦੇ ਜੀ ਸਾਡੇ ਗੁਰੂ ਦਾ ਪਲੰਗ ਹੈ, ਤੁਸੀਂ ਇਸ 'ਤੇ ਨਾ ਬੈਠੋ, ਅਸੀਂ ਤੁਹਾਨੂੰ ਹੋਰ ਡਾ ਦਿੰਦੇ। ਗੁਰੂ ਮਹਾਰਾਜ ਕਿਹਾ ਅਸੀਂ ਇਸੇ 'ਤੇ ਬੈਠਾਂਗੇ, ਇਸੇ ਬੈਠਾਂਗੇ। ਉਹਨਾਂ ਸੇਵਕਾਂ ਨੇ ਜਾ ਕੇ ਮਾਧੋ ਦਾਸ ਨੂੰ ਦੱਸਿਆ ਵੀ ਐਂ ਕੋਈ ਆਇਆ ਹੈਗਾ, ਹੈ ਤੇ ਉਹ ਹਥਿਆਰਬੰਦ, ਸਾਡੀ ਤਾਂ ਜ਼ਰੂਰਤ ਨਹੀਂ ਪਈ ਉਹਨੂੰ ਕੁਛ ਕਹਿਣ ਦੀ। ਅਸੀਂ ਕਿਹਾ ਸੀ ਵੀ ਇਸ ਮੰਜੇ 'ਤੇ ਨਾ ਬੈਠੋ, ਸਾਡੇ ਗੁਰੂ ਦਾ। ਉਹ ਕਹਿੰਦਾ ਮੈਂ ਤਾਂ ਬੈਠੂੰਗਾ। ਇਤਿਹਾਸ 'ਚ ਲਿਖਿਆ ਵੀ ਮਾਧੋ ਦਾਸ ਨੇ ਜਿਹੜਾ ਆਪਣੇ ਰਿਧੀਆਂ ਸਿੱਧੀਆਂ ਦੇ ਨਾਲ ਮੰਜਾ ਉਲਟਾਉਣ ਦੀ ਕੋਸ਼ਿਸ਼ ਕੀਤੀ ਜੇ ਗੁਰੂ ਬਾਰੇ ਬੈਠਣ। ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ। ਉਹਨਾਂ ਨੇ ਚਾਰੇ ਪਾਵਾਂ 'ਤੇ ਆਪਣਾ ਜਿਹੜੇ ਪਾਵੇ ਸਨ ਪੰਜੇ, ਇੱਕ ਤੀਰ ਗੱਡ 'ਤੇ। ਹੁਣ ਮਾਧੋ ਦਾਸ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ। ਉਹਨੇ ਸੋਚਿਆ ਮੇਰੇ ਤੋਂ ਵੀ ਕੋਈ ਤਗੜਾ ਆ ਗਿਆ ਹੈ। ਦੁਨੀਆ ਦੋ ਦੇ ਅੱਗੇ ਝੁਕਦੀ ਹੈ, ਜਾਂ ਜਿਹੜਾ ਸਰੀਰਕ ਤੌਰ 'ਤੇ ਤਗੜਾ ਹੋਵੇ ਅਤੇ ਜਾਂ ਜਿਹਦੇ ਕੋਲ ਮਾਇਆ ਬਹੁਤ ਹੋਵੇ। ਦੋਨਾਂ ਨੂੰ ਸਲਾਮ ਹੁੰਦੀ ਹੈ। ਮਾਇਆ 'ਚ ਇੰਨੀ ਸ਼ਕਤੀ ਹੈ ਜਿਹਨੂੰ ਮਰਜ਼ੀ ਖਰੀਦ ਲਓ। ਹਾਂ, ਪਰਮਾਤਮਾ ਨੇ ਦੂਜੇ ਨੰਬਰ 'ਤੇ ਬਣਾਈ ਹੋਈ ਮਾਇਆ ਹੈ। ਖੈਰ ਆ ਗਿਆ ਹੈ। ਚਲੋ ਗੱਲਬਾਤ ਹੋਈ ਹੈ। ਨਾਂ ਤਾਂ ਮਾਧੋ ਦਾਸ ਸੀ। ਦਸਮ ਪਾਤਸ਼ਾਹ ਕਹਿੰਦੇ ਭਾਈ ਤੇਰਾ ਕੀ ਨਾਂ ਹੈ? ਕਹੇ ਜੀ ਮੈਂ ਤੁਹਾਡਾ ਬੰਦਾ। ਅੱਛਾ, ਕਹੇ ਜੀ ਫਿਰ ਤੁਸੀਂ ਬੰਦਾ ਨਾ, ਫਿਰ ਬੰਦਿਆਂ ਵਾਲੇ ਕੰਮ ਕਰ। ਕੋਈ ਦਿਨ ਰੋਜ਼ ਗੁਰੂ ਮਹਾਰਾਜ ਦੇ ਕੋਲ ਆਉਂਦੇ ਰਹੇ। ਸਾਰਾ ਗੁਰੂ ਨਾਨਕ ਦੇਵ ਤੋਂ ਲੈ ਕੇ ਉਦੋਂ ਤੱਕ ਦਾ ਹਾਲਾਤ ਇਤਿਹਾਸ ਮਾਧੋ ਦਾਸ ਨੂੰ ਸੁਣਾਇਆ। ਮਾਧੋ ਦਾਸ ਨੂੰ ਬਹੁਤ ਜੋਸ਼ ਚੜ੍ਹਿਆ। ਕਹਿੰਦੇ ਇਹਦਾ ਮਤਲਬ ਇੰਨਾ ਜ਼ੁਲਮ ਹੈ। ਕਹਿੰਦੇ ਕਿਰਪਾ ਕਰੋ ਮੈਨੂੰ ਭੇਜੋ ਪੰਜਾਬ ਨੂੰ, ਮੈਂ ਇਹਨਾਂ ਤੋਂ ਜਿਹੜਾ ਬਦਲਾ ਲੈਣਾ। ਗੁਰੂ ਮਹਾਰਾਜ ਨੇ ਭੇਜ ਨਹੀਂ ਸਕੇ ਉਹਨੂੰ। ਗੁਰੂ ਮਹਾਰਾਜ ਨੂੰ 5 ਤੀਰ ਦਿੱਤੇ ਉਸ ਨੂੰ। ਕਹਿੰਦੇ ਮਾਧੋ ਦਾਸ, ਫਿਰ ਉਹਦਾ ਨਾਂ ਜਿਹੜਾ ਹੈ ਬੰਦਾ ਸਿੰਘ ਰੱਖਦੇ। ਉਹਨੇ ਕਿਹਾ ਤੂੰ ਕੌਣ ਹੈ? ਗੁਰੂ ਮਹਾਰਾਜ ਕਹਿੰਦੇ ਮੈਂ ਜੀ ਤੁਹਾਡਾ ਬੰਦਾ। ਅਤੇ ਉਹਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ, ਕਈ ਇਤਿਹਾਸਕਾਰ ਉਹਦਾ ਨਾਂ ਰੱਖਿਆ ਗੁਰਬਖਸ਼ ਸਿੰਘ। ਪਰ ਉਹ ਬੰਦਾ ਸਿੰਘ ਕਰਕੇ ਪ੍ਰਸਿੱਧ ਹੋਇਆ। ਬਹਾਦਰ ਹੋਣ ਕਰਕੇ ਉਹਨੂੰ ਬੰਦਾ ਬਹਾਦਰ ਕਹਿਣ ਲੱਗ ਪਏ ਲੋਕ। ਨਾਲ ਸਿੰਘ ਭੇਜੇ ਨੇ, ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ, ਸਿੰਘਾਂ ਲਈ ਚਿੱਠੀਆਂ ਭੇਜੀਆਂ ਨੇ ਵੀ ਸਾਡੀਆਂ ਚਿੱਠੀਆਂ ਉਹਨੂੰ ਪਹੁੰਚਾ ਦੇ, ਤੇਰੇ ਕੋਲ ਆ ਜਾਣ, ਤੇਰੀ ਮਦਦ ਲਈ ਆ ਜਾਣਗੇ। ਚਲੋ ਉਹਨੂੰ ਤਾਂ ਭੇਜਤਾ ਪੰਜਾਬ ਨੂੰ। ਅਤੇ ਬੰਦਾ ਬਹਾਦਰ ਨੇ ਆ ਕੇ ਕੀ ਕੀਤਾ ਇਹ ਤੁਹਾਨੂੰ ਪਤਾ ਹੀ ਹੈ। ਆਪਣਾ ਸੰਬੰਧ ਦਸਮ ਪਾਤਸ਼ਾਹ ਨਾਲ ਹੈ। ਉੱਥੇ ਰਹਿੰਦੇ ਰਹੇ। ਆਲੇ ਦੁਆਲੇ ਦੇ ਸਿੱਖਾਂ ਨੂੰ ਪਤਾ ਲੱਗ ਗਿਆ, ਥੋੜ੍ਹੇ ਉਹ ਵੀ ਆ ਗਏ, ਹੋਰ ਸਿੱਖ ਵੀ ਬਣਨੇ ਸ਼ੁਰੂ ਹੋ ਗਏ, ਹੋਰ ਬਣਨ ਲੱਗ ਗਏ। ਮੈਂ ਜਦ ਗਿਆ ਹਜ਼ੂਰ ਸਾਹਿਬ, ਕਈ ਸਾਲਾਂ ਦੀ ਗੱਲ ਹੈ, ਮੈਂ 3 ਵੀਲਰ 'ਚ ਇੱਕ ਨੂੰ ਕਿਹਾ ਵੀ ਮੈਂ ਨਾ ਹਜ਼ੂਰ ਸਾਹਿਬ ਦੇਖਣਾ ਯਾਰ, ਇਹ ਸਾਰਾ ਸ਼ਹਿਰ, ਵੀ ਕਿੰਨੇ ਪੈਸੇ ਉੜ ਗਏ, ਇੰਨੇ ਪੈਸੇ। ਮੈਨੂੰ ਸਾਰੇ ਖਾਸ ਥਾਵਾਂ ਵਿਖਾ ਦੇ 3 ਵੀਲਰ 'ਤੇ। ਗੱਲਾਂ ਬਾਤਾਂ ਕਰਦੇ ਰਹੇ। ਕਹਿ ਜੀ ਇੱਥੇ ਜਿੰਨੇ ਤੁਹਾਨੂੰ ਸਿੱਖ ਵਿਖਾਈ ਦਿੰਦੇ ਹਨ ਇਹ ਦਸਮ ਪਾਤਸ਼ਾਹ ਵੇਲੇ ਦੇ ਬਣੇ ਹੋਏ ਹਨ। ਸਾਡੇ 'ਚੋਂ ਇੱਕ ਵੀ ਬੰਦਾ ਦਾੜੀ ਕੱਟ ਨਹੀਂ ਹੈ। ਅਸੀਂ ਇੱਥੇ 2600 ਪਰਿਵਾਰ ਨੇ। ਕਹਿੰਦਾ ਸੀ ਨੰਦੇੜ ਸਾਹਿਬ 2600 ਪਰਿਵਾਰ ਨੇ। ਸਾਡੇ 'ਚੋਂ ਇੱਕ ਵੀ ਬੰਦਾ ਦਾੜੀ ਨਹੀਂ ਕੱਟਦਾ ਹੈ। 10-15 ਪਰਿਵਾਰ ਪੰਜਾਬ ਤੋਂ ਇੱਥੇ ਆ ਕੇ ਵਸਣ ਲੱਗ ਗਏ। ਉਹਨਾਂ ਦੀ ਕਈ ਦਾੜੀਆਂ ਕੱਟਦੇ ਸੀ। ਅਸੀਂ ਉਹਨਾਂ ਨੂੰ ਕਿਹਾ ਭਾਈ ਇੱਥੇ ਨਹੀਂ ਦਾੜੀ ਕੱਟਣੀ, ਦਸਮ ਪਾਤਸ਼ਾਹ ਦਾ ਸਥਾਨ ਹੈ। ਜੇ ਤੁਸੀਂ ਸ਼ਹਿਰ 'ਚ ਵਸਣਾ, ਜੇ ਤੁਸੀਂ ਚਾਹੁੰਦੇ ਅਸੀਂ ਤੁਹਾਡੇ ਨਾਲ ਵਰਤੀਏ, ਫਿਰ ਤੁਹਾਨੂੰ ਸਿੱਖੀ ਸਿਰ ਦਾੜੀ ਕੱਟਣੀ ਹੈ। ਕਹਿੰਦੇ ਕਈ ਤਾਂ ਚਲੇ ਗਏ ਉੱਥੋਂ, ਕਈ ਫਿਰ ਰਹਿ ਗਏ। ਖੈਰ ਹੁਣ ਜਦੋਂ ਸਰਹੰਦ ਦੇ ਨਵਾਬ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹਾਦਰ ਸ਼ਾਨਾ ਬਣਦੀ ਹੈ, ਤਾਂ ਉਹਨੇ ਸੋਚਿਆ ਵੀ ਜ਼ਰੂਰ ਗੁਰੂ ਗੋਬਿੰਦ ਸਿੰਘ ਨੂੰ ਕਹਿਣਗੇ ਵੀ ਇਹ ਤੇਰੇ ਬੰਦੇ ਨੇ ਸਾਡੇ ਬੱਚਿਆਂ ਨੂੰ ਨੀਹਾਂ 'ਚ ਚਿਣਿਆ ਹੈ, ਇਹਨੂੰ ਕੋਈ ਸਜ਼ਾ ਦੇ। ਇਸ ਲਈ ਉਹਨੇ ਕਿਹਾ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਬੰਦੇ ਰਾਹੀਂ ਮਰਵਾ ਹੀ ਦਿੱਤਾ ਜਾਵੇ।
ਇਸ ਲਈ ਉਹਨੇ 2 ਪਠਾਨ ਭੇਜੇ। ਹੁਣ ਬੜਾ ਲਾਲਚ ਦਿੱਤਾ ਵੀ ਮੌਕਾ ਮਿਲਣ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਤਲ ਕਰ ਦੇਣਾ। ਦਸਮ ਪਾਤਸ਼ਾਹ ਜਿਵੇਂ ਆਪਾਂ ਸ਼੍ਰੀ ਸਾਹਿਬ ਹੈ, ਸਾਨੂੰ ਹੁਕਮ ਹੈ ਕਿ ਤੁਸੀਂ ਕਿਸੇ ਓਪਰੇ ਥਾਂ 'ਤੇ ਜਾਵੋ ਨਾ, ਸ਼੍ਰੀ ਸਾਹਿਬ ਲਾ ਕੇ ਨਾ ਨਹੀਂ ਲੇਟਣਾ। ਕਈ ਵਾਰੀ ਆਪਾਂ ਜਦੋਂ ਕਿਤੇ ਕੋਈ ਆਪਣੇ ਘਰ 'ਚ ਕਿਤੇ ਹੋਰ ਨਹਾ ਧੋ ਰਹੇ, ਕਈ ਵਾਰੀ ਸ਼੍ਰੀ ਸਾਹਿਬ ਆਪਾਂ ਲਾਹ ਕੇ ਕਿੱਲੀ 'ਤੇ ਟੰਗ ਦਿੰਦੇ ਹਾਂ, ਜਾਂ ਰਾਤ ਨੂੰ ਲਾਹ ਕੇ ਜਿਹੜਾ ਸਿਰਹਾਣੇ ਰੱਖ ਲੈਣਾ, ਰੱਖਦੇ ਤਾਂ ਕੋਲ ਹੀ ਆ। ਪਰ ਉਹਦਾ ਹਦਾਇਤ ਸੀ ਵੀ ਕਿਸੇ ਨੇ ਅੱਡ ਨਹੀਂ ਸਰੀਰ ਤੋਂ ਕਰਨਾ, ਕਿਉਂਕਿ ਦੁਸ਼ਮਣ ਕਿਸੇ ਵੇਲੇ ਵੀ ਆ ਸਕਦਾ ਹੈ। ਅਤੇ ਦਸਮ ਪਾਤਸ਼ਾਹ ਜਦੋਂ ਵੀ ਲੇਟਦੇ ਸਨ, ਨੰਗੀ ਸ਼੍ਰੀ ਸਾਹਿਬ ਆਪਣੇ ਸੱਜੇ ਹੱਥ 'ਚ ਰੱਖਿਆ ਕਰਦੇ ਸਨ। ਦਸਵੇਂ ਪਾਤਸ਼ਾਹ ਸ਼ਾਮ ਦਾ ਵੇਲਾ ਹੈ, ਕੋਈ 5-6 ਵਜੇ ਨੂੰ ਮੌਸਮ, ਲੇਟੇ ਹੋਏ ਨੇ ਵੱਖੀ ਪਰ ਨੇ। ਉਹ ਜਿਹੜੇ 2 ਭੇਜੇ ਸਨ ਪਠਾਨ, ਉਹਨਾਂ ਦੇਖਿਆ ਵੀ ਗੁਰੂ ਮਹਾਰਾਜ ਦਾ ਮੂੰਹ ਪਰਾਂ ਨੂੰ ਹੈ ਅਤੇ ਬਾਕੀ ਸਿੱਖ ਵੀ ਆਰਾਮ ਕਰ ਰਹੇ ਨੇ। ਉਹਨਾਂ ਮੌਕਾ ਪਾ ਕੇ ਇੱਕ ਬਾਹਰ ਖੜ੍ਹਾ, ਇੱਕ ਅੰਦਰ ਆਇਆ ਅਤੇ ਗੁਰੂ ਮਹਾਰਾਜ ਦੀ ਵੱਖੀ ਛੁਰਾ ਮਾਰਿਆ। ਗੁਰੂ ਮਹਾਰਾਜ ਜਦ ਦੇਖਿਆ ਆਪਣੇ ਸ਼੍ਰੀ ਸਾਹਿਬ ਦੇ ਨਾਲ, ਉਹਦੇ ਗਲ ਉੱਥੇ ਹੀ ਲਾਤਾ ਉਹਨੂੰ ਤਾਂ। ਅਤੇ ਗੁਰੂ ਮਹਾਰਾਜ ਕੋਈ ਹੈ, ਜਦ ਆਵਾਜ਼ ਮਾਰੀ ਤਾਂ ਸਿੱਖਾਂ ਵੇਖਿਆ ਇੱਕ ਭੱਜਿਆ ਜਾਂਦਾ, ਉਹ ਸਿੱਖਾਂ ਨੇ ਮਾਰਤਾ। ਚਲੋ ਜ਼ਖਮ ਹੋ ਗਏ ਬਹੁਤ। ਸੁਨੇਹਾ ਦਿੱਤਾ, ਬਹਾਦਰ ਸ਼ਾਹ ਤੋਂ ਨੇੜੇ ਹੀ ਸੀ ਠਹਿਰਿਆ ਹੋਇਆ। ਬਹਾਦਰ ਸ਼ਾਹ ਨੇ ਆਪਣੇ ਡਾਕਟਰ ਭੇਜਤੇ, ਜੋ ਡਾਕਟਰ ਨੇ ਆ ਕੇ ਜਿਹੜਾ ਹੈ ਜ਼ਖਮ ਠੀਕ ਕਰਤਾ, ਉਹਨੂੰ ਸਿਉਂ ਦਿੱਤਾ ਹੈ। ਗੁਰੂ ਮਹਾਰਾਜ ਫਿਰ ਠੀਕ ਠਾਕ ਹੋ ਗਏ। 20 ਅਕਤੂਬਰ ਦੀ ਗੱਲ ਹੈ, 1708 ਈਸਵੀ। ਉਸ ਦਿਨ 20 ਅਕਤੂਬਰ ਸੀ। ਕੋਈ ਸਿੱਖ ਇੱਕ ਬਹੁਤ ਜ਼ਬਰਦਸਤ ਕਮਾਨ ਲੈ ਕੇ, ਇੱਕ ਤੀਰ ਹੁੰਦੇ, ਕਮਾਨ ਹੁੰਦੀ, ਗੁਰੂ ਮਹਾਰਾਜ ਬੜੀ ਪਸੰਦ ਆਈ। ਕਹਿੰਦੇ ਅਸੀਂ ਇਹ ਨਾ ਚਿੱਲਾ ਚੜ੍ਹਾ ਕੇ ਵੇਖਦੇ। ਗੁਰੂ ਮਹਾਰਾਜ ਉਸ 'ਤੇ ਤੀਰ ਰੱਖਿਆ। ਜਦੋਂ ਕਮਾਨ ਜਿਹੜੀ ਤੰਦ ਸੀ ਅੱਗੇ ਜ਼ੋਰ ਨਾਲ ਖਿੱਚੀ ਨਾ, ਕਿਉਂਕਿ ਇਤਿਹਾਸ 'ਚ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਤੀਰ ਸੀ ਇਹ 2 ਕਿਲੋਮੀਟਰ ਤੱਕ ਮਾਰ ਕਰਦਾ ਸੀ, ਐਡੀ ਦੂਰ ਤੱਕ ਜਾਂਦਾ ਸੀ। ਜਦੋਂ ਜ਼ੋਰ ਨਾਲ ਉਹ ਖਿੱਚਿਆ ਤਾਰ, ਉਹ ਜਿਹੜਾ ਜ਼ਖਮ ਸੀ ਉਹ ਦੁਬਾਰਾ ਖੁੱਲ੍ਹ ਗਿਆ, ਟਾਂਕੇ ਟੁੱਟ ਗਏ। ਸਿੱਖ ਕਹਿੰਦੇ ਜੀ ਵੀ ਵੈਦ ਸੱਦ ਕੇ ਲੈ ਰਾਜੇ ਦੇ। ਗੁਰੂ ਆ ਕੇ ਨਹੀਂ, ਹੁਣ ਸਾਡਾ ਅੰਤਮ ਸਮਾਂ ਆ ਗਿਆ, ਹੁਣ ਕਿਸੇ ਵੈਦ ਦੀ ਲੋੜ ਨਹੀਂ। ਗੁਰੂ ਮਹਾਰਾਜ ਕਹਿੰਦੇ ਸਾਡਾ ਅੰਤਮ ਸਮਾਂ। ਇਹ ਗੱਲ ਅੱਗ ਦੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਹੜੇ ਨੇੜੇ ਤੇੜੇ ਸਿੱਖ ਸਨ, ਇਤਿਹਾਸ ਲੈ 2700 ਸਿੱਖ ਉੱਥੇ ਇਕੱਠਾ ਹੋ ਗਿਆ ਹੈ। ਗੁਰੂ ਮਹਾਰਾਜ ਨੇ ਕਿਹਾ ਅਸੀਂ ਕੱਲ੍ਹ ਨੂੰ ਸਰੀਰ ਤਿਆਗ ਦੇਣਾ ਹੈ। ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਜੀ ਗ੍ਰੰਥ ਸਾਹਿਬ ਲਿਆਓ। ਉਦੋਂ ਜੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਕਹਿੰਦੇ, ਕਿਉਂਕਿ ਜੇ ਗੁਰੂ ਦੀ ਪਦਵੀ ਨਹੀਂ ਸੀ ਮਿਲੀ। ਪੰਜਵੇਂ ਪਾਤਸ਼ਾਹ ਤੱਕ ਇਹਦਾ ਨਾਂ ਸੀ ਪੋਥੀ। ਪੋਥੀ ਪਰਮੇਸ਼ਰ ਕਾ ਤਾਣ, ਗੁਰਬਾਣੀ 'ਚ ਵੀ ਲਿਖਿਆ ਹੋਇਆ। 10ਵੇਂ ਪਾਤਸ਼ਾਹ ਤੱਕ ਜਾਂਦੇ ਜਦੋਂ ਇਹਨੂੰ ਗ੍ਰੰਥ ਸਾਹਿਬ ਕਹਿਣ ਲੱਗ ਪਏ ਸਨ। ਭਾਈ ਦਇਆ ਸਿੰਘ ਜੀ ਗ੍ਰੰਥ ਸਾਹਿਬ ਲਿਆਓ। ਉਹ ਲੈ ਕੇ ਤੇ ਪ੍ਰਕਾਸ਼ ਕਰੋ, ਹੁਕਮਨਾਮਾ ਲਓ। ਸਾਰੀ ਸੰਗਤ ਬੈਠੀ ਹੈ। 21 ਅਕਤੂਬਰ ਆ ਗਿਆ ਅਗਲਾ ਦਿਨ। ਗੁਰੂ ਮਹਾਰਾਜ ਨੇ 3 ਪਰਿਕਰਮਾ ਕੀਤੇ ਗੁਰੂ ਗ੍ਰੰਥ ਦੇ। 5 ਪੈਸੇ ਨਾਰੀਅਲ ਲੈ ਕੇ, ਅਤੇ ਉਹ 5 ਪੈਸੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਤਾ। ਅਤੇ ਸਾਰੇ ਸਿੱਖਾਂ ਨੂੰ ਹੁਕਮ ਕਰਤਾ ਕਿ ਅੱਜ ਤੋਂ ਦੇਹਧਾਰੀ ਗੁਰੂ ਦੀ ਰਸਮ ਖਤਮ ਕੀਤੀ ਜਾਂਦੀ ਹੈ। ਅੱਜ ਤੋਂ ਬਾਅਦ ਕੋਈ ਸਿੱਖ ਕੌਮ ਦੇਹਧਾਰੀ ਗੁਰੂ ਨਹੀਂ ਹੋਵੇਗਾ। ਇਹ ਜਿਹੜੀ ਬਾਣੀ ਹੈ ਇਹੀ ਤੁਹਾਡੀ ਗੁਰੂ ਹੋਵੇਗੀ। ਚੌਥੇ ਪਾਤਸ਼ਾਹ ਨੇ ਲਿਖਿਆ ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਗੁਰੂ ਗ੍ਰੰਥ, ਅੱਜ ਤੋਂ ਇਹ ਗੁਰੂ ਗ੍ਰੰਥ ਸਾਹਿਬ ਹੈ, ਇਹੀ ਸਿੱਖ ਕੌਮ ਦਾ ਗੁਰੂ ਹੋਵੇਗਾ। ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਅਤੇ 21 ਅਕਤੂਬਰ ਨੂੰ 1708 ਈਸਵੀ ਨੂੰ ਗੁਰੂ ਗ੍ਰੰਥ ਨੂੰ ਗੁਰਗੱਦੀ ਦੇ ਕੇ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਉਮਰ ਸੀ ਕੁੱਲ 43 ਸਾਲ। ਜੇ ਇਤਿਹਾਸ ਦੀਆਂ ਸਾਰੀਆਂ ਗੱਲਾਂ ਇਕੱਲੇ ਕਈ ਦਿਨ ਲੱਗਣਗੇ। 43 ਸਾਲਾਂ 'ਚ ਉਹਨਾਂ ਨੇ ਇੰਨੇ ਕੰਮ ਕਰਤੇ ਹਨ ਕਿ ਇੱਕ ਰਿਕਾਰਡ ਹੋ ਗਿਆ। ਅਤੇ ਸੰਸਾਰ ਮੰਨਦਾ ਸੀ ਵੀ ਉਹ ਸਭ ਪਾਸੇ ਨਿਪੁੰਨ ਸਨ।
फारसी च तां, संस्कृत च तां, हिंदी च तां, पंजाबी च तां विद्वान सन, महान बली योधे सन, बड़े तगड़े राजनीतिवेता सन, समाज सुधारक सन, सारे ਜਿਹੜੇ ਵਹਿਮ ਭਰਮਾਂ ਨੂੰ ਖਤਮ ਕਰਨ ਵਾਲੇ ਸਨ। ਉਹਨਾਂ ਦੀ ਪਰਸਨੈਲਿਟੀ 'ਚ ਬੇਅੰਤ ਗੁਣ ਸਨ। ਇੰਨੀ ਮਹਾਨ ਆਤਮਾ ਦਾ ਸਾਰੀ ਕੌਮ ਨੇ ਕੱਲ੍ਹ ਪ੍ਰਕਾਸ਼ ਦਿਵਸ ਮਨਾਇਆ। ਬਾਹਰਲੇ ਦੇਸ਼ਾਂ 'ਚ ਅੱਜ ਹੋਣਾ ਸ਼ਾਇਦ, ਕਿਉਂਕਿ ਕਈ ਦੇਸ਼ਾਂ 'ਚ ਸਾਡਾ ਅਤੇ ਉਹਨਾਂ ਦਾ ਟਾਈਮ 12 ਘੰਟੇ ਦਾ ਫਰਕ ਹੈ। ਸਾਡੇ ਦਿਨ ਹੁੰਦਾ, ਉੱਥੇ ਰਾਤ ਹੁੰਦੀ ਹੈ। ਸੋ ਸੰਖੇਪ 'ਚ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ 'ਤੇ ਵਿਚਾਰ ਹੋਏ ਹਨ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੋਂ ਸਾਰੀ ਸੰਗਤ ਜਿਹੜੇ ਵੀ ਆਪਣੇ ਆਪਣੇ ਘਰਾਂ 'ਚ ਬੈਠੀ ਵੀ ਸੁਣ ਰਹੀ ਹੈ, ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਅਤੇ ਅਕਾਲੀ ਕੌਰ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ। ਇਸ ਸੰਬੰਧੀ ਕੱਲ੍ਹ ਨੂੰ 7 ਅਖੰਡ ਪਾਠ ਪ੍ਰਾਰੰਭ ਹੋਣੇ ਹਨ। ਸੰਗਤ ਨੂੰ ਪਤਾ ਹੀ ਹੈ ਟਾਈਮ ਦਾ। 7:45 ਵਜੇ ਜਿਹੜਾ ਹੈ ਆਨੰਦ ਸਾਹਿਬ ਪਾਠ ਸ਼ੁਰੂ ਹੋ ਜਾਂਦਾ ਹੈ, ਅਰਦਾਸ ਹੁੰਦੀ ਹੈ। 8 ਵਜੇ ਅਖੰਡ ਪਾਠ ਸ਼ੁਰੂ ਹੋ ਜਾਣਗੇ। ਕੱਲ੍ਹ ਨੂੰ 22 ਤਰੀਕ ਹੈ, ਸ਼ੁੱਕਰਵਾਰ ਹੈ। ਐਤਵਾਰ ਨੂੰ 7:30 ਵਜੇ ਸਵੇਰੇ ਅਖੰਡ ਪਾਠਾਂ ਦੇ ਭੋਗ ਪੈਣੇ ਸ਼ੁਰੂ ਹੋ ਜਾਣੇ। 8 ਵਜੇ ਭੋਗ ਪੈ ਜਾਣੇ। ਚਾਹ ਪਾਣੀ ਦੇ ਲੰਗਰ ਛਕਣ ਤੋਂ ਬਾਅਦ ਫਿਰ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋਣਾ ਹੈ। ਕਥਾ ਕੀਰਤਨ ਹੋਣੀ ਹੈ। ਫਿਰ ਆਪਾਂ ਬਾਬਾ ਦੀਪ ਸਿੰਘ ਦੇ ਅਕਾਲੀ ਕੌਰ ਸਿੰਘ ਦੇ ਜੀਵਨ ਬਾਰੇ ਅੱਧੇ ਘੰਟੇ ਸੰਖੇਪ ਵਾਰਤਾ ਆਪ ਜੀ ਨਾਲ ਕਰਾਂਗੇ। ਸੋ ਸਾਰੀ ਸੰਗਤ ਨੇ ਆਪਣੀ ਡਿਊਟੀਆਂ ਯਾਦ ਰੱਖਣੀਆਂ ਨੇ, ਵੇਲੇ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।